ਰਹਿਆ ਨਹਿ ਦੂਰੀ ਰਾਮ। ਪ੍ਰਭ ਦੂਰ ਨਾ ਹੋਈ ਘਟ ਘਟ ਸੋਈ, ਤਿਸਕੀ ਨਾਰ ਸਬਾਈ। ਆਪੇ ਰਸੀਆ ਆਪੇ ਰਾਵੇ, ਜਿਉ ਤਿਸ ਦੀ ਵਡਿਆਈ। ਅਮਰ ਅਡੋਲ ਅਮੋਲ ਅਪਾਰਾ, ਗੁਰਪੂਰੈ ਸਚ ਪਾਈਐ। ਨਾਨਕ ਆਪੇ ਜੋਗ ਸੰਜੋਗੀ, ਨਦਰ ਕਰੇ ਲਿਵ ਲਾਈਐ। ਪਿਰ ਉਚੜੀਐ ਮਾੜੜੀਐ, ਤਿਹ ਲੋਆ ਸਿਰ ਤਾਜਾਂ ਰਾਮ। ਹਉ ਬਿਸਮ ਪਹੀ ਦੇਖ ਗੁਣਾ ਅਨਹਦ, ਸ਼ਬਦ ਅਗਾਜਾ ਰਾਮ। ਸ਼ਬਦ ਵਿਚਾਰੀ ਕਰਨੀ ਸਾਰੀ, ਰਾਮ ਨਾਮ ਨੀਸਾਣੋ। ਨਾਮ ਬਿਨਾ ਖੋਟੇ ਨਹੀਂ ਠਾਹਰ, ਨਾਮ ਰਤਨ ਪਰਵਾਣੋ। ਪਤ ਮਤ ਪੂਰੀ ਪੂਰਾ ਪਰਵਾਨਾ, ਨਾ ਆਵੈ ਨਾ ਜਾਸੀ। ਨਾਨਕ ਗੁਰਮੁਖ ਆਪ ਪਛਾਣੈ, ਪ੍ਰਭ ਜੈਸੇ ਅਵਿਨਾਸ਼ੀ। ਪਤ ਮਤ ਪੂਰੀ ਪੂਰਾ ਪਰਵਾਨਾ, ਨਾ ਆਵੈ ਨਾ ਜਾਸੀ। ਨਾਨਕ ਗੁਰਮੁਖ ਆਪ ਪਛਾਣੈ, ਪ੍ਰਭ ਜੈਸੇ ਅਵਿਨਾਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਮਿਹਰਾਮਤ। ਸ਼ਾਮ ਸਮੇਂ ਅਸੀਂ ਸਤਸੰਗਤ ਦਾ ਸਮਾਂ ਮਾਣ ਰਹੇ ਹਾਂ। ਇਹ ਵਕਤ ਗੁਰਬਾਣੀ ਵਿਆਖਿਆ ਦਾ ਹੈ। ਇਸ ਵਿੱਚ ਸੂਹੀ ਰਾਗ ਦੇ ਬਚਨ ਗੁਰੂ ਨਾਨਕ ਪਾਤਸ਼ਾਹ ਦੁਆਰਾ ਉਚਿਤ ਕੀਤਾ ਗਿਆ ਛੰਤਾਂ ਦਾ ਵਾਕ ਸਾਨੂੰ ਪ੍ਰਾਪਤ ਹੈ। ਇਸ ਪਾਵਨ ਸ਼ਬਦ ਦੀ ਸ਼ੁਰੂਆਤ ਆਵੋ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ, ਇਸ ਪਦੇ ਨਾਲ ਹੁੰਦੀ ਹੈ। ਤੇ ਅਕਸਰ ਵਿਵਾਹ ਜਾਂ ਇਹੋ ਜਿਹੇ ਸਮਾਗਮਾਂ ਦੇ ਵਿੱਚ ਆਪ ਇਸ ਬਚਨ ਦੀ ਕੀਰਤਨ ਕਾਫੀ ਸਰਵਨ ਕਰਦੇ ਹੋ। ਸੂਹੀ ਰਾਗ ਆਪਣੇ ਆਪ ਵਿੱਚ ਮਿਲਾਪ ਦਾ ਰਾਗ ਹੈ। ਇਸ ਸਾਰੇ ਨੂੰ ਜੇ ਅਸੀਂ ਸਾਹਿਤਕ ਭਾਸ਼ਾ ਵਿੱਚ ਕਹੀਏ, ਜੋ ਲਿਟਰੇਚਰ ਵਾਲੀ ਲੈਂਗੁਏਜ ਆ, ਉਹ 'ਚ ਅਸੀਂ ਮੈਟਾਫੋਰਸ ਕਹਿੰਦੇ ਹਾਂ। ਸੋ ਮੈਟਾਫੋਰਿਕ ਵੇ ਦੇ ਨਾਲ ਇੱਕ ਰੂਪਕ ਸਿਰਜਦਿਆਂ ਹੋਇਆਂ ਗੁਰੂ ਬਾਬਾ ਜੀ ਨੇ ਸਾਨੂੰ ਇਸ ਕਾਇਨਾਤ 'ਚ ਵਸੇ ਹੋਏ ਉਸ ਸੱਜਣ ਨਾਲ, ਜਿਸ ਸੱਜਣ ਦੇ ਅਸੀਂ ਸੱਜਣ ਬਣਨਾ ਹੈ, ਭਾਵ ਅਸੀਂ ਜਿਹਦੇ ਨਾਲ ਆਪਣੀ ਸਾਂਝ ਪਾਉਣੀ ਹੈ, ਉਹਦੀ ਜਾਣ ਪਹਿਚਾਣ ਕਰਾਈ ਹੈ। ਖੈਰ, ਬਚਨ ਦੀ ਵਿਚਾਰ ਕਰਦਿਆਂ ਹੋਇਆਂ ਜਿੱਥੇ ਅਸੀਂ ਪਹੁੰਚੇ ਹਾਂ, ਉੱਥੋਂ ਅਸੀਂ ਅੱਗੇ ਤੋਰਦੇ ਹਾਂ। 2 ਨੰਬਰ ਪਦ ਆਇਆ। ਬੀਤੇ ਕੱਲ ਅਸੀਂ ਵਿਚਾਰ ਰਹੇ ਸੀ, ਹਰ ਮੋਹੇੜੀ ਸਾਜ ਸ਼ਬਦ ਠਾਕੁਰ ਦੇਖ ਰਹੰਸੀ ਰਾਮ। ਗੁਰੂ ਸਾਹਿਬ ਆਪਣੇ ਤੇ ਬਾਤ ਟੁਕਾ ਕੇ ਕਹਿੰਦੇ, ਮੇਰੀ ਜੀਵਾਤਮਾ, ਮੈਂ ਮਤਲਬ ਮੋਇਆ ਗਿਆ ਹਰ ਮੋਹੇੜੀ ਸਾਜ ਸ਼ਬਦ, ਉਹਦੇ ਅਸਲ ਸੱਚੇ ਸੰਦੇਸ਼ ਉਪਦੇਸ਼ ਦੇ ਜ਼ਰੀਏ ਠਾਕੁਰ ਦੇਖ ਰਹੰਸੀ ਰਾਮ, ਜਿਹਦਾ ਹੁਕਮ 4 ਚਪੇਰੇ ਚੱਲ ਰਿਹਾ। ਠਾਕ ਦਾ ਮਤਲਬ ਹੁੰਦਾ ਹੁਕਮ, ਕਰਮ ਮਿਲੈ ਨਹੀਂ ਠਾਕ ਰਹਾ ਜਾਂ ਰੋਕ। ਇਹੋ ਜਿਹਾ ਠਾਕੁਰ ਜਿਹਦੇ ਹੁਕਮ ਨੂੰ ਕੋਈ ਰੋਕ ਹੀ ਨਾ ਸਕੇ, ਉਹ ਆਪਣੀ ਮਰਜ਼ੀ ਦਾ ਆਪ ਮਾਲਕ ਹੋਏ। ਸੋ ਕਿਹਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੋ ਪਰਿਪੂਰਨ ਸਭ ਥਾਂ 'ਤੇ ਮੌਜੂਦਗੀ ਜਿਹਦੀ ਹੈ, ਮੈਨੂੰ ਉਸ ਠਾਕੁਰ ਦੇ ਰੂਪ ਨੂੰ ਵੇਖ ਕੇ ਰਹੰਸੀ ਖੁਸ਼ੀ ਆ ਗਈ। ਹੁਣ ਗੁਣ ਸੰਗ੍ਰਹ ਹੰਸੀ ਖਰੀ ਸਰਸੀ। ਇਸ ਤੋਂ ਪਹਿਲਾਂ ਹੋ ਸਕਦਾ ਬੰਦਾ ਇਹ ਸੋਚੇ, ਅੱਛਾ ਉਹਦਾ ਦਰਸ਼ਨ ਹੋ ਗਿਆ, ਕੁਛ ਇਹੋ ਜਿਹੀ ਚੀਜ਼ ਦਿਸ ਗਈ, ਕੋਈ ਸੁਪਰ ਨੈਚੁਰਲ ਸ਼ਕਤੀ ਆ ਗਈ। ਕਈ ਵਾਰ ਅਸੀਂ ਇਸ ਚੀਜ਼ ਨਾਲ ਅੰਗੇਜ ਕਰ ਲੈਂਦੇ ਹਾਂ, ਪਰ ਗੁਰੂ ਬਾਬਾ ਜੀ ਨਾਲ ਦੀ ਨਾਲ ਹੀ ਕਲੀਅਰ ਕਰੀ ਜਾਂਦੇ ਨੇ, ਕਿਤੇ ਲੌਸਟ ਨਾ ਹੋ ਜਾਈ। ਜਿਵੇਂ ਆਪ ਦੇਖੋਗੇ, ਇਹ ਸਾਰੀ ਕੈਮੀਕਲ ਦੀ ਖੇਡ ਹੈ, ਬਾਡੀ ਸਾਡੀ ਸਾਰੀ। ਇਸ ਕੈਮੀਕਲਸ ਦੇ ਵਿੱਚ ਜਿਹੜਾ ਬ੍ਰੇਨ ਆ, ਉਹ ਕੁਝ ਕੈਮੀਕਲ ਰਿਲੀਜ਼ ਕਰਦਾ ਆ। ਜਿਵੇਂ ਸਪੋਜ਼ ਕਰੋ ਅਸੀਂ ਸਾਰੇ ਪੇਨ ਆ, ਪੇਨ ਦਾ ਹਰ ਇੱਕ ਦਾ ਆਪੋ ਆਪਣਾ ਜਰਨ ਦਾ ਲੈਵਲ ਆ। ਕਿਸੇ ਨੂੰ ਮਾੜੀ ਜਿਹੀ ਇਸ ਤਰੀਕੇ ਨਾਲ
ਇੰਜੈਕਸ਼ਨ ਵਾਲੀ ਸੂਈ ਵੀ ਪੋਕ ਕਰੋ ਤੇ ਉਹਦੀ ਜਾਨ ਨਿਕਲਦੀ ਹੈ। ਕਈ ਵਾਰ ਕਈਆਂ ਨੂੰ ਵੱਡੇ ਵੱਡੇ ਵੂੰਡ ਲੱਗੇ ਹੁੰਦੇ, ਜ਼ਖਮ ਹੋ ਜਾਂਦੇ, ਤਾਂ ਉਹ ਕਹਿੰਦਾ ਨਹੀਂ ਕੋਈ ਗੱਲ ਨਹੀਂ, ਮਾੜਾ ਜੇ ਐਵੇਂ ਗੱਲ ਹੀ ਕੁਛ ਨਹੀਂ ਹੈ। ਵਾਟ ਇਜ਼ ਦਿਸ? ਇਹ ਕਿਵੇਂ ਹੋ ਗਿਆ? ਇਹਦਾ ਕੁਝ ਕਾਰਨ ਲੋਕੀ ਸਾਈਕੋਲੋਜੀਕਲ ਦੱਸਦੇ, ਪਰ ਇਹਦਾ ਮੋਸਟਲੀ ਕਾਰਨ ਜਿਹੜਾ ਹੈ ਉਹ ਬਾਇਓਲੋਜੀਕਲ ਸਾਈਡ ਤੇ ਆ ਜਾਂਦਾ। ਸਾਈਕੋਲੋਜੀਕਲੀ ਵੀ ਜਿਹੜੀ ਚੀਜ਼ ਹੈ, ਜਿਹੜਾ ਬੰਦਾ ਇਸ ਪਾਇਆਂ ਦੇ ਵਿੱਚ ਆ ਕਿ ਉਹਦੇ ਬ੍ਰੇਨ ਨੇ ਜਿਹੜਾ ਪੇਨ ਨੂੰ ਡਾਈਜੈਸਟ ਕਰਨ ਵਾਲਾ ਕੈਮੀਕਲ ਆ, ਜਿਹਨੇ ਦੱਸਣਾ ਹੈ ਕਿ ਇਟਸ ਓਕੇ, ਇਟਸ ਨੋਟ ਏ ਬਿਗ ਡੀਲ, ਬਹੁਤੀ ਘਬਰਾਉਣ ਦੀ ਲੋੜ ਨਹੀਂ ਹੈ, ਉਹ ਜ਼ਿਆਦਾ ਕੈਮੀਕਲ ਰਿਲੀਜ਼ ਕਰ ਰਿਹਾ। ਜਦੋਂ ਕੈਮੀਕਲ ਐਕਸਟਰਾ ਰਿਲੀਜ਼ ਹੋ ਰਿਹਾ, ਪੇਨ ਫੀਲ ਨਹੀਂ ਹੋ ਰਹੀ ਬਹੁਤੀ ਜ਼ਿਆਦਾ। ਜਦੋਂ ਲੋਅਰ ਲੈਵਲ ਦੇ ਵਿੱਚ ਆ, ਬਹੁਤ ਜ਼ਿਆਦਾ ਫੀਲ ਹੋ ਰਹੀ, ਬਹੁਤ ਜ਼ਿਆਦਾ। ਸਪਿਰਿਚੁਅਲ ਸਾਈਡ ਤੋਂ ਜਿਵੇਂ ਜਿਵੇਂ ਬੰਦਾ ਡੀਪ ਲੈਵਲ ਤੇ ਆਪਣੇ ਮਨ ਮੰਡਲ ਤੋਂ ਆਪਣੇ ਜੀਵਨ ਵਿਹਾਰ ਦੇ ਵਿੱਚ ਉਤਰਦਾ ਜਾਂਦਾ ਆ, ਅਮਲੀ ਤੌਰ ਤੇ ਇੱਕ ਲੈਵਲ ਐਸਾ ਹੁੰਦਾ, ਸ਼ਹੀਦ ਜਿਹੜੇ ਸਾਡੇ ਹੋਏ ਐਵੇਂ ਨਹੀਂ ਹੋਏ। ਮਤਲਬ ਜਿਉਂਦਿਆਂ ਨੂੰ ਸਾੜਨਾ, ਪੋਰਿਆਂ ਪੋਰਿਆਂ ਕੱਟਣਾ। ਤੂੰ ਕਾਹਦੇ ਲਈ ਕਰਦੇ ਸੀਗੇ? ਇਸੇ ਕਰਕੇ ਕਰਦੇ ਸੀ, ਇਹ ਰੌਲਾ ਪਾਉਣਗੇ, ਇਹ ਰੋਣਗੇ, ਇਹ ਚਚਲਾਉਣਗੇ, ਇਹ ਤਰਲੇ ਮਿੰਨਤਾਂ ਕਰਨਗੇ, ਛੱਡ ਦਿਓ, ਬਖਸ਼ ਦਿਓ, ਗਲਤੀ ਹੋ ਗਈ, ਦੁਬਾਰਾ ਨਹੀਂ ਕਰਦੇ। ਲੋਕਾਂ ਨੂੰ ਵਿਖਾਵਾਂਗੇ, ਦਹਿਸ਼ਤ ਫੈਲੇਗੀ, ਹੋਰ ਡਰਨਗੇ। ਤੇ ਬਲਕਿ ਹੁੰਦਾ ਇਹ ਹੈ ਕਿ ਉਹ ਜਕਾਰੇ ਛੱਡਦੇ, ਉਹ ਬਲਕਿ ਉਲਟਾ ਜਿਹੜਾ ਹੈਗਾ ਬੜੇ ਅਲਾਹੀ ਜੰਬੁਸ਼ ਵਿੱਚ ਉਹਨਾਂ ਦਾ ਵਰਤਾਓ ਹੁੰਦਾ। ਤੇ ਫਿਰ ਇਹ ਵੀ ਸਮਾਂ ਆਇਆ ਜਦੋਂ ਪਹਿਲਾਂ ਇਹ ਹੁੰਦਾ ਸੀਗਾ ਕਿ ਬੁਨਿਆਦੀ ਤੌਰ ਤੇ ਉਹਨਾਂ ਨੇ ਬਕਾਇਦਾ ਬੁਨਿਆਦੀ ਕਰਨੀ, ਅਨਾਊਂਸਮੈਂਟਸ ਕਰਨੀਆਂ, ਲੋਕਾਂ ਨੂੰ ਇਕੱਠਿਆਂ ਕਰਨਾ, ਤੇ ਫਿਰ ਇਹੋ ਜਿਹੇ ਕੰਮ ਕਰਨੇ। ਹੌਲੀ ਹੌਲੀ ਜਦੋਂ ਪਤਾ ਲੱਗਾ ਲੋਕਾਂ ਤੇ ਪ੍ਰਭਾਵ ਉਲਟਾ ਪੈ ਰਿਹਾ, ਉਹਨਾਂ ਨੇ ਲੋਕ ਸੱਦਣੇ ਬੰਦ ਕਰਤੇ, ਬੁਨਿਆਦੀਆਂ ਕਰਨੀਆਂ ਬੰਦ ਕਰਤੀਆਂ। ਨਾ 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 ਨਾ, ਇਹ ਤੇ ਪ੍ਰਭਾਵ ਹੈ, ਤੇ ਸਾਰੇ ਇਸ ਲੈਵਲ ਤੇ ਆ ਗਏ, ਤੇ ਸਾਡੀ ਤੇ ਹਕੂਮਤ ਜਾਂਦੀ ਰਹੇਗੀ। ਸੋ ਇਹ ਕਿੱਥੋਂ ਆਇਆ? ਉਹ ਜਿਹੜੀ ਅੰਦਰ ਦਾ ਖਾਸ ਕਰਕੇ ਹੈ ਤੇ ਮਾਈਂਡ ਦੀ ਗੇਮ ਆ, ਪਰ ਹੌਲੀ ਹੌਲੀ ਬਾਇਓਲੋਜੀਕਲ ਸਾਈਡ ਤੋਂ ਬੰਦੇ ਦੇ ਅੰਦਰ ਦੀ ਦੁਨੀਆ 'ਚ ਚੇਂਜਸ ਆਉਣੇ ਸ਼ੁਰੂ ਹੋ ਜਾਂਦੇ। ਉਹ ਜਿਹੜਾ ਬ੍ਰੇਨ ਹੈ ਇਹੋ ਜਿਹੇ ਕੈਮੀਕਲ ਰਿਲੀਜ਼ ਕਰਦਾ, ਜਿਹਦੇ ਨਾਲ ਜੀਵਨ ਦੀ ਇੱਕ ਹੋਰ ਲੈਵਲ ਦੀ ਬਾਤ ਬਣਦੀ, ਜਿਹਨੂੰ ਕਹਿ ਲਓ ਜਿਵੇਂ ਡੋਪਾਮਾਈਨ ਕਹਿੰਦੇ ਹਾਂ ਅਸੀਂ, ਲੋਕੀ ਬਹੁਤਾ ਨਸ਼ਾ ਉਹਨੂੰ ਰਿਲੀਜ਼ ਕਰਨ ਵਾਸਤੇ ਪੀਂਦੇ ਨੇ। ਜਿਹੜਾ ਲੋਕਾਂ ਨੂੰ ਪਤਾ ਨਹੀਂ ਨਾ ਵੀ, ਉਹ ਕਹਿੰਦੇ ਹਾਂ ਹਾਂ ਸ਼ਰਾਬ ਪੀ ਕੇ ਬੜੀ ਮਸਤੀ ਛਾਂਦੀ ਹੈ, ਜਿਹਨੇ ਕਦੀ ਨਹੀਂ ਪੀਤੀ ਉਹਨੂੰ ਕੀ ਪਤਾ ਇਹਦਾ ਨਸ਼ਾ ਕੀ ਹੈ, ਕਿਹੜੀ ਮਸਤੀ ਹੈ, ਜਾਂ ਕੁਝ ਹੋਰ ਲੋਕ ਡਰੱਗਸ ਵਗੈਰਾ ਇਸ ਤਰੀਕੇ ਨਾਲ ਖਾਂਦੇ। ਹੁਣ ਤੇ ਸਾਰਾ ਮੈਡੀਕਲ ਸਾਇੰਸਿਸ ਵਿੱਚ, ਬਾਇਓਲੋਜੀਕਲ ਸਾਇੰਸ ਵਿੱਚ ਸਾਰਾ ਬਿਲਕੁਲ ਕ੍ਰਿਸਟਲ ਕਲੀਅਰ ਹੈ ਵੀ ਕੀ ਹੁੰਦਾ ਕੀ ਹੈ। ਉਹ ਸਾਡੇ ਮੈਟਾਬੋਲਿਜ਼ਮ ਵਿੱਚ ਜਾਂਦੀ ਹੈ, ਬਲੱਡ ਸਟਰੀਮ ਦੇ ਨਾਲ ਰਲ ਕੇ ਬ੍ਰੇਨ ਦੇ ਜਾ ਕੇ ਕੁਝ ਅੰਦਰ ਇੰਟਰਵੈਂਸ਼ਨ ਪੈਦਾ ਕਰਦੀ ਹੈ। ਉਹਦੇ ਨਾਲ ਕੁਝ ਖਾਸ ਕਿਸਮ ਦੇ ਕੈਮੀਕਲ ਬ੍ਰੇਨ ਰਿਲੀਜ਼ ਕਰਦਾ ਆ, ਉਹਦੇ ਨਾਲ ਇੱਕ ਖੁਸ਼ਨੁਮਾ ਅਹਿਸਾਸ, ਮਸਤੀ ਆਉਂਦੀ ਹੈ। ਇਹ ਸਭ ਚੀਜ਼ਾਂ ਦੀ ਬਾਤ ਹੁੰਦੀ ਹੈ। ਹੁਣ ਇਹ ਹੈ ਕਿ ਬੰਦਾ ਕਹਿੰਦਾ ਜੇ ਵਾਕਿਆ ਜੋ ਬ੍ਰੇਨ ਰਿਲੀਜ਼ ਕਰਦਾ ਕੈਮੀਕਲ ਖੁਸ਼ੀ ਹੁੰਦੀ ਹੈ, ਵਾਟਸ ਰੋਂਗ ਵਿਦ ਦੈਟ, ਲੈਟਸ ਇੰਜੋਏ ਇਟ। ਕੀ ਫਰਕ ਪੈਂਦਾ ਇਹਦੇ ਨਾਲ ਜੇ ਸਾਰੀ ਖੇਡ ਸਮਝ ਆ ਗਈ? ਹਾਂ ਗੱਲ ਤੇ ਠੀਕ ਹੈ, ਪਰ ਦੋ ਮੁੱਖ ਕਾਰਨ ਬਣਨਗੇ ਉਹਦੇ 'ਚ। ਇੱਕ ਤੇ ਇਹ ਕਿ ਜਿਹੜਾ ਉਹ ਕੈਮੀਕਲ ਆ ਉਹ ਸਾਡੇ ਇਸ ਬਾਇਓਲੋਜੀਕਲ ਸਟਰਕਚਰ ਲਈ ਠੀਕ ਨਹੀਂ ਹੈਗਾ। ਬਲੱਡ ਸਟਰੀਮ ਦੀ ਵੀ ਇੱਕ ਲੈਵਲ ਆ ਉਹਨੂੰ ਟੋਲਰੇਟ ਕਰਨ ਦੀ, ਉਹਨੂੰ ਡਾਈਜੈਸਟ ਕਰਨ ਦੀ, ਉਸ ਤੋਂ ਬਾਅਦ ਬਿਮਾਰੀ 'ਚ ਕਨਵਰਟ ਹੋਏਗਾ। ਦੂਸਰਾ, ਬੋਡੀ ਦਾ ਜਿਹੜਾ ਨੈਚੁਰਲ ਪ੍ਰੋਸੈਸ ਹੈ ਡੋਪਾਮਾਈਨ ਵਗੈਰਾ ਰਿਲੀਜ਼ ਕਰਨ ਦਾ, ਉਹ ਬੰਦ ਹੋ ਜਾਏਗਾ, ਯੂਫੋਰੀਆ ਫੀਲ ਕਰਨ ਦਾ। ਹੁਣ ਉਹਦੀ ਡਿਪੈਂਡੈਂਸੀ ਹੋ ਜਾਏਗੀ, ਉਹ ਤੇ ਵਾਰ-ਵਾਰ ਮੰਗੇਗੀ। ਇਹਦੇ ਨਾਲ ਲਗਾਤਾਰ ਲਾਓਗੇ ਤੇ ਫਿਰ ਇੱਕ ਲੈਵਲ ਹੋਰ ਆਏਗਾ, ਡੋਪਾਮਾਈਨ ਤੇ ਰਿਲੀਜ਼ ਹੋਏਗਾ, ਯੂਫੋਰੀਆ ਵੀ ਫੀਲ ਹੋਏਗਾ। ਜਿਹੜੀ ਤੁਹਾਡੀ ਵਿਵੇਕ ਸ਼ਕਤੀ ਹੈ, ਜਿਹੜੀ ਤੁਹਾਨੂੰ ਸਹੀ ਰੂਪ ਵਿੱਚ ਚੀਜ਼ਾਂ ਨੂੰ ਜੱਜ ਕਰਕੇ ਤੇ ਤੁਹਾਡੇ ਬਿਹੇਵੀਅਰ ਦੇ ਵਿੱਚ ਤੁਹਾਨੂੰ ਸਹੀ ਰੂਪ ਵਿੱਚ ਚਲਾਉਂਦੀ ਹੈ, ਉਹ ਇੰਪੇਅਰਡ ਹੋ ਜਾਏਗੀ। ਮੈਂ ਖੁਸ਼ ਤੇ ਬੜਾ ਹੋ ਰਿਹਾ ਉਹ ਕੈਮੀਕਲ ਲੈ ਕੇ, ਬੜੀ ਅੰਦਰ ਮਸਤੀ ਛਾਈ ਹੈ, ਪਰ ਜੇ ਮੈਂ ਮਾਈਕ ਸੱਜੇ ਤੋਂ ਖੱਬੇ ਕਰਨਾ ਹੈ ਤੇ ਹੋ ਸਕਦਾ ਮੈਨੂੰ ਮਾਈਕ ਦਾ ਪਤਾ ਹੀ ਨਹੀਂ ਲੱਗੇ ਮਾਈਕ ਇੱਥੇ ਹੈ ਕਿ ਇੱਥੇ ਹੈ। ਇੰਪੇਅਰਡ ਜਜਮੈਂਟ, ਮੈਂ ਇੱਥੇ ਹੱਥ ਮਾਰੀ ਜਾਵਾਂਗਾ। ਇਹਦੇ ਨਾਲ ਜਿਹੜਾ ਮੇਰਾ ਸੋਸ਼ਲ ਸਟੇਟਸ ਆ, ਮਤਲਬ ਲੋਕੀ ਕਹਿੰਦੇ ਆ ਦੇਖ ਤੁਰਿਆ ਨਹੀਂ ਜਾ ਰਿਹਾ, ਲੱਤਾਂ ਦੇਖ ਇੱਧਰ ਪੈ ਰਹੀਆਂ, ਗੱਡੀ ਮਾਰਤੀ ਕਿਤੇ, ਇਹ ਸਭ ਇੱਕ ਹੀ ਹੈ, ਇੰਪੇਅਰਡ। ਵਾਰ-ਵਾਰ ਐਵੇਂ ਕਰੀ ਜਾਵਾਂਗਾ, ਹੱਸੀ ਜਾਣਗੇ ਲੋਕੀ ਆਮ ਕਰਕੇ, ਜਿਹੜੇ ਥੋੜ੍ਹਾ ਬਹੁਤਾ ਐਡਿਕਸ਼ਨ ਨਾਲ ਦੋ ਚਾਰ ਹੋ ਜਾਂਦੇ, ਐਡਿਕਟ ਹੋ ਜਾਂਦੇ, ਜੋਕ ਸੁਣਾਉਂਦੇ। ਸਾਡੇ ਆਪਣੇ ਕਲਚਰ 'ਚ ਅਮਲੀਆਂ ਬਾਰੇ ਕਿੰਨਾ ਕੁਝ ਬੋਲਦੇ ਲੋਕ। ਸੋ ਇਹ ਸਾਰੀਆਂ ਅਲਾਮਤਾਂ ਇਸ ਪੈਕੇਜ ਦੇ ਨਾਲ ਆਉਂਦੀਆਂ ਨੇ। ਇਹਦੇ ਮੁਕਾਬਲਤਨ ਜੇ ਬੰਦੇ ਨੂੰ ਅਸਲ ਵਿੱਚ ਆਪਣੇ ਆਪ ਖੁਸ਼ੀ ਲੈਣ ਦੀ ਜਾਚ ਆ ਜਾਏ, ਸੁੱਖ ਲੈਣ ਦੀ ਜਾਚ ਆ ਜਾਏ, ਉਹ ਕੈਮੀਕਲ ਨੂੰ ਜਿਹੜੇ ਅੰਦਰ ਰਿਲੀਜ਼ ਹੋਣੇ ਨੇ, ਜੀਵਨ ਹੀ ਇਹੋ ਜਿਹਾ ਹੋ ਜਾਏ,
ਆਟੋਮੈਟਿਕਲੀ ਉਸ ਲੈਵਲ ਦੇ ਸੋਚ ਮੰਡਲ ਤੇ ਆ ਜਾਏ ਬੰਦਾ। ਗੁਰੂ ਬਾਬਾ ਜਿਹੜੀ ਆਹ ਬਾਤ ਕਰਦੇ ਨਾ, ਮਹਾਰਾਜ ਕਹਿੰਦੇ ਜਿਹੜੀ ਮੈਂ ਖੁਸ਼ੀ ਦੀ ਗੱਲ ਕਰ ਰਿਹਾ ਨਾ, ਇਹ ਨਾ ਤੇ ਭੁਲੇਖਾ ਆ, ਨਾ ਇਹ ਮਲਾਪ ਕੋਈ ਪੈਰਾਨੋਇਡ ਦੀ ਤਰ੍ਹਾਂ ਹੋਣਾ ਉਹ ਸਾਰਾ ਕੁਛ ਨਾ, ਇਹ ਐਕਚੁਅਲੀ ਹੈ ਕੀ ਹੈ। ਤੁਸੀਂ ਅਗਲੀ ਲਾਈਨ ਦੇਖੋ, ਗੁਣ ਸੰਗ ਰਹੰਸੀ। ਪਹਿਲਾ ਲਫ਼ਜ਼ ਸੀਗਾ, ਸਭ ਕਹਿ ਰਹੇ ਸੀਗੇ ਸਾਚ ਸ਼ਬਦ ਠਾਕੁਰ ਦੇਖ ਰਹੰਸੀ ਰਾਮ। ਮੈਂ ਨਾ ਠਾਕੁਰ ਨੂੰ ਵੇਖਿਆ ਤੇ ਖੁਸ਼ੀ ਆ ਗਈ। ਠਾਕੁਰ ਨੂੰ ਕਿਵੇਂ ਵੇਖਿਆ ਜੀ ਤੁਸੀਂ? ਕਿਵੇਂ ਆਇਆ ਉਹ ਅਕਾਲ ਪੁਰਖ ਵਾਹਿਗੁਰੂ ਮਿਲਾਪ ਵਿੱਚ ਮਿਲਣ ਵਾਸਤੇ ਤੁਹਾਨੂੰ? ਸਾਹਿਬ ਕਹਿੰਦੇ ਗੁਣ ਸੰਗ ਰਹੰਸੀ, ਉਹ ਗੁਣਾਂ ਦਾ ਰੂਪ ਵਟਾ ਕੇ ਆਇਆ। ਉਹਨੂੰ ਤੇ ਬਾਣੀ ਨੇ ਕਿਹਾ ਗੁਣੀ ਨਿਧਾਨ। ਅਸੀਂ ਤਾਂ ਲਿਟਰਲੀ ਤੌਰ 'ਤੇ ਸ਼ਬਦ ਪੜ੍ਹਦੇ ਹਾਂ, ਸਭ ਜ਼ਿਕਰ ਕਰਦੇ ਕਿ ਬੰਦੇ ਕਦੀ ਤੂੰ ਅਕਾਲ ਪੁਰਖ ਵਾਹਿਗੁਰੂ ਦਾ ਗੁਣਗਾਨ ਤੇ ਕੀਤਾ ਨਹੀਂਗਾ, ਹੈ ਨਾ। ਤੂੰ ਜਿਹੜਾ ਜੇ ਉਹਦੇ ਗੁਣ ਨਹੀਂ ਗਾਉਂਦਾ, ਜੇ ਤੂੰ ਵਡਿਆਈ ਨਹੀਂ ਕਰਦਾ, ਜਿਹਦੀ ਸਿਫਤ ਸਲਾਹ ਵਿੱਚ ਆਪਣੇ ਆਪ ਨੂੰ ਨਹੀਂ ਲਾਉਂਦਾ, ਤੇ ਤੇਰੇ ਜੀਵਨ ਵਿੱਚੋਂ ਗੁਣ ਕਿਵੇਂ ਰਿਫਲੈਕਟ ਕਰਨਗੇ? ਉਹਦੇ ਲਈ ਜ਼ਰੂਰੀ ਹੈ ਆਪਣੀ ਸੋਚ ਨੂੰ, ਆਪਣੇ ਮਨ ਨੂੰ, ਆਪਣੇ ਆਪ ਨੂੰ ਤਿਆਰ ਕਰੇ ਉਹਨਾਂ ਗੁਣਾਂ ਦਾ ਗਾਹਕ ਬਣਾਉਣ ਵਾਸਤੇ। ਸਾਨੂੰ ਤਾਂ ਅਹਿਸਾਸ ਕਰਾਇਆ ਗਿਆ ਅਕਾਲ ਪੁਰਖ ਵਾਹਿਗੁਰੂ ਅੱਗੇ ਕਿਆ ਕਰ ਦਾਤਾ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਜਿਹੜੀ ਭਗਤੀ ਏ ਇਹ ਗੁਣਾਂ ਵਿੱਚੋਂ ਰਿਫਲੈਕਟ ਹੋਣੀ ਹੈ। ਸੋ ਦਾਤਾ ਤਰਸ ਕਰ ਮੇਰੇ ਤੇ। ਬਾਣੀ ਵੀ ਇਸੇ ਕਰਕੇ ਪੜ੍ਹਨੀ, ਚੰਗੇ ਬਚਨ ਇਹੋ ਜਿਹੇ ਪੜ੍ਹਨੇ ਅਲਾਪਣੇ, ਤਾਂ ਕਿ ਜੀਵਨ ਗੁਣਾਂ ਦਾ ਖਜ਼ਾਨਾ ਬਣ ਸਕੇ। ਇੱਥੇ ਸਾਹਿਬ ਕਹਿੰਦੇ ਕਿ ਗੁਣ ਸੰਗ ਰਹੰਸੀ ਖਰੀ ਸਰਸੀ। ਖਰੀ ਸਰਸੀ, ਖਰਾ ਅਸੀਂ ਬੜਾ ਲਫ਼ਜ਼ ਯੂਜ਼ ਕਰਦੇ ਹਾਂ, ਆਹ ਚੀਜ਼ ਖਰੀ ਹੈ, ਆਹ ਖਰਾ, ਖਰੀ ਗੱਲ ਕਰੀ, ਪੱਕੀ ਗੱਲ ਕਰੀ, ਖਰੀ ਗੱਲ ਕਰੀ, ਵਾਜਬ ਗੱਲ ਕਰੀ, ਨਾ ਘੱਟ ਨਾ ਵੱਧ, ਠੀਕ ਬਿਲਕੁਲ ਐਗਜ਼ੈਕਟਲੀ ਉਸ ਲੈਵਲ ਦੀ। ਇੱਥੇ ਕਿਹਾ ਇਹ ਮੈਂ ਝੂਠ ਨਹੀਂ ਕਹਿ ਰਿਹਾ। ਗੁਣ ਸੰਗ ਰਹੰਸੀ ਜਦੋਂ ਉਹ ਬਾਤ ਬਣੀ, ਖਰੀ ਸਰਸੀ, ਸਰਸਣ ਵਾਲੀ, ਜੀਵਨ ਦੇ ਵਿੱਚ ਅਸਲ ਵਿੱਚ ਮਾਨਣ ਵਾਲੀ ਬਾਤ ਬਣ ਗਈ। ਹੁਣ ਸਪੋਜ਼ ਇਹਦੇ ਬਾਬਤ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੋਈਆਂ ਵੀ ਨੇ। ਕਈ ਵਾਰ ਆਪਨੇ ਦੇਖਿਆ ਹੋਏਗਾ, ਕਈ ਵਾਰ ਅਸੀਂ ਵਿਖਾਵਾ ਕਰਦੇ ਹਾਂ। ਵਿਖਾਵਾ ਕਿਵੇਂ ਕਿ ਬੰਦਾ ਕਹਿੰਦਾ ਨਹੀਂ ਨਹੀਂ ਮੈਨੂੰ ਲਾਲਚ ਨਹੀਂ ਹੈਗਾ, ਮੈਂ ਤਾਂ ਲਾਲਚ ਤੋਂ ਬਾਹਰ ਹਾਂ, ਮੈਂ ਨਹੀਂ ਕਰਦਾ ਲਾਲਚ। ਉਹ ਨਹੀਂ ਮੈਨੂੰ ਗੁੱਸਾ ਆਉਂਦਾ ਹੀ ਨਹੀਂ, ਹੁਣ ਮੈਂ ਤਾਂ ਬਾਹਰ ਆ ਗਿਆ। ਉਹ ਨਹੀਂ ਭਾਈ ਮੈਨੂੰ ਤੇ, ਮੈਂ ਤਾਂ ਮਿੱਟੀ ਬਣਾ ਲਿਆ ਆਪਣੇ ਆਪ ਨੂੰ, ਮੈਨੂੰ ਤਾਂ ਕੋਈ ਜਿੰਨੀ ਵਾਰ ਮਰਜ਼ੀ ਕਹਿ ਦੇ, ਮੈਂ ਤਾਂ ਹੰਕਾਰ ਚੀਜ਼ ਹੈ ਹੀ ਨਹੀਂ ਗੀ। ਬਕੌਲ ਮਸਕੀਨ 'ਚ ਇੱਕ ਐਗਜ਼ਾਮਪਲ ਦੇ ਦੇਣਾ, ਕਈ ਵਾਰੀ ਬਹੁਤ ਪ੍ਰੈਕਟੀਕਲ ਵੇ ਨਾਲ ਐਗਜ਼ਾਮਪਲਸ ਦਿੰਦੇ ਹੁੰਦੇ ਸੀਗੇ। ਉਹ ਕਹਿੰਦੇ ਕਿ ਉਹ ਕੋਈ ਆਪਣੇ ਰਾਜਸਥਾਨ ਦੇ ਵਿੱਚੋਂ ਬਾਤ ਸੁਣਾਉਂਦੇ, ਕਹਿੰਦੇ ਕੋਈ ਸੱਜਣ ਸੀਗਾ, ਤੇ ਜੇ ਕਿਸੇ ਨੇ ਆਉਣਾ ਤੇ ਉਹਨੂੰ ਕਹਿਣਾ ਵੀ ਕਿੱਦਾਂ, ਜਾਂ ਕੋਈ ਗੱਲਬਾਤ ਹੋਣੀ, ਉਹ ਕਹਿੰਦਾ ਜੀ ਬਸ ਤੁਹਾਡੇ ਚਰਨਾਂ ਦੀ ਮਿੱਟੀ ਆ, ਖਾਕ ਆ, ਕੁਛ ਨਹੀਂ ਹੈਗਾ। ਉਹ ਦੋ ਚਾਰ ਸੱਜਣ ਕਹਿੰਦੇ ਬੜੀ ਹਲੀਮੀ ਹੈ। ਉਹ ਕਹਿੰਦੇ ਕੋਈ ਨਾ, ਪਤਾ ਕਰ ਰਹੀ ਨੇ ਹਲੀਮੀ ਹੈ ਕਿ ਵੈਸੇ ਹੀ ਹੈ। ਉਹ ਕਿਤੇ ਉਹਨੇ ਕਿਹਾ ਤੇ ਉਹ ਮਿੱਟੀ ਆ, ਮੈਂ ਖਾਕ ਹੈ, ਇਸ ਤਰੀਕੇ ਦੇ ਨਾਲ। ਤੇ ਜਦੋਂ ਇਵੇਂ ਕਿਹਾ, ਦੂਜਾ ਕਹਿੰਦਾ ਦੁਹਰਾ ਕੇ ਕਹਿੰਦਾ ਬਿਲਕੁਲ ਪੱਕੀ ਗੱਲ ਹੈ, ਪਹਿਲਾਂ ਮੈਂ ਵੀ ਸੋਚਦਾ ਸੀ ਤੂੰ ਮਿੱਟੀ ਹੋਈ ਹਾਲੇ, ਹੋਰ ਕੁਛ ਵੀ ਨਹੀਂ ਹੈਗਾ, ਨਰੋਲ ਮਿੱਟੀ ਹੈ ਇਹ, ਇਸ ਤੋਂ ਬਾਅਦ ਕੁਛ ਨਹੀਂ ਹੈਗਾ। ਉਹ ਜਦੋਂ ਦੋ ਵਾਰੀ ਐਵੇਂ ਕਿਹਾ ਨਾ, ਤੇ ਤੀਸਰੀ ਵਾਰੀ ਉਹ ਕਹਿੰਦਾ ਤੂੰ ਅੱਗੇ ਵਧੀ ਜਾ ਰਿਹਾ, ਹੱਦ ਹੋ ਗਈ, ਮੈਂ ਤੇ ਤੈਨੂੰ ਵੈਸੇ ਕਿਹਾ ਸੀਗਾ ਤੂੰ। ਉਹ ਕਹਿੰਦਾ ਬਸ ਪਤਾ ਲੱਗ ਗਿਆ। ਐਕਚੁਅਲੀ ਗੱਲ ਕੀ ਹੈ ਕਿ ਮਤਲਬ ਕੁਝ ਗੱਲਾਂ ਕਹਿਣ ਵਿੱਚ ਹੁੰਦੀਆਂ। ਬੰਦਾ ਕਹੇ ਮੈਂ ਲਾਲਚ ਨਹੀਂ, ਇਸ ਤਰ੍ਹਾਂ ਨਹੀਂ, ਪਰ ਅਲਟੀਮੇਟਲੀ ਅੰਦਰ ਜਿਹੜਾ ਹੈ, ਅੰਦਰ ਇੱਕ ਭੁੱਖ ਆ, ਅੰਦਰ ਇੱਕ ਅੱਗ ਲੱਗੀ ਹੈ। ਆਪਾਂ ਹੀ ਜੇ ਆਪ ਜੀ ਨੇ ਹੁਕਮਨਾਮੇ ਦਾ ਬਚਨ ਜੇ ਦੁਹਰਾ ਕੇ ਆਪ ਪੜ੍ਹ ਕੇ ਆਏ ਹੋਵੋ, ਜਿਹੜਾ ਸਵੇਰੇ ਸਾਨੂੰ ਮਿਲਿਆ ਹੈ, ਦਇਆ ਕਰਨੰ ਦੁੱਖ ਹਰਨੰ ਉਚਰਨੰ ਨਾਮ ਕੀਰਤਨੇ, ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨ ਮਾਇਆ। ਉਹਦੇ ਜੀ ਸਾਹਿਬ ਨੇ ਕਿਹਾ ਭਾਏ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ। ਉਹ ਭਾਏ ਬਲੰਦੜੀ ਜਿਹੜੀ ਹਰ ਵਕਤ ਬਲ ਰਹੀ ਹੈ, ਹਰ ਵਕਤ ਬਲ ਰਹੀ ਹੈ। ਤ੍ਰਿਸ਼ਨਾਲੂ ਬਿਰਤੀ ਜਿਹੜੀ ਕਹਿ ਰਹੀ ਅਜੇ ਵੀ ਥੋੜਾ, ਅਜੇ ਵੀ ਥੋੜਾ, ਅਜੇ ਵੀ ਘੱਟ ਹੈ। ਉਹ ਕੀ ਹੈ, ਉਹਦੇ ਤੋਂ ਮੈਂ ਬਚ ਨਹੀਂ ਪਾ ਰਿਹਾ, ਪਰ ਹੁਣ ਰਖੰਦੜੋ ਪ੍ਰਭਾਪ, ਪ੍ਰਭੂ ਨੇ ਆਪ ਰਾਖਾ ਬਣ ਕੇ ਰੱਖ ਲਿਆ ਮੈਨੂੰ। ਹੁਣ ਰਿਐਲਿਟੀ ਦੇ ਵਿੱਚ ਇਹ ਹੈ ਸਰਸੀ ਦਾ ਮਾਇਨਾ ਹੈ ਡੀਪ ਲੈਵਲ 'ਤੇ ਬੰਦਾ ਦੇਖੇ ਚੰਗੇ ਕੰਮ ਹੋ ਰਹੇ ਨੇ ਸਮਾਜ ਵਿੱਚ, ਮੈਂ ਕਰ ਰਿਹਾ, ਕੋਈ ਹੋਰ ਕਰ ਰਿਹਾ, ਕੀ ਫਰਕ ਪੈਂਦਾ? ਅੱਛਾਈ ਚੰਗਿਆਈ, ਜਿਹੜਾ ਅੱਜ ਦਾ ਪੋਲੀਟੀਕਲ ਸਾਈਡ 'ਤੇ ਡੈਮੋਕ੍ਰੇਟਿਕ ਮਾਡਲ ਦੇਖਦੇ ਨਾ ਅਸੀਂ, ਇਹਦੇ ਤੁਸੀਂ ਦੇਖੋ ਇੱਕ ਅਜੀਬ ਹਿਪੋਕ੍ਰੇਸੀ ਹੈ। ਇਹ ਸਾਡੇ ਉਸ ਖਿੱਤੇ ਦੇ ਵਿੱਚ ਇੱਕ ਇਹੋ ਜਿਹਾ ਪੋਲੀਟੀਕਲ ਰਜੀਮ ਆਇਆ ਜਿਹਦੇ ਬਾਰੇ ਸ਼ਾਇਦ ਬੰਦਾ ਸੋਚ ਵੀ ਨਹੀਂ ਸਕਦਾ ਵੀ ਇਹ ਕੀ ਹੋ ਰਿਹਾ ਆ। ਮਤਲਬ ਕੋਈ ਕਿਸੇ ਕਿਸਮ ਦੀ ਸੰਸਥਾਵਾਂ ਦੀ ਅਕਾਊਂਟੇਬਿਲਿਟੀ ਨਹੀਂ ਰਹਿ ਗਈ,
ਬਿਲਕੁਲ ਜੇ ਕਿਤੇ ਥੋੜ੍ਹਾ ਬਹੁਤਾ ਸੀਗਾ ਉਸ ਤੋਂ ਵੀ ਥੱਲੇ ਲੈਵਲ ਤੇ ਆ ਗਏ। ਚਲੋ ਤੇ ਉੱਥੋਂ ਦੀ ਬਾਤ ਹੋ ਗਈ। ਜਿੱਥੇ ਆ ਜਾਈਏ ਅਮਰੀਕਾ ਦੇ ਵਿੱਚ ਟਰੰਪ ਵਰਗਾ ਬੰਦਾ, ਮੈਂ ਤਾਂ ਅੱਜ ਵੀ ਉਹਦੀਆਂ ਕੁਝ ਸਪੀਚਸ ਨਿਊਜ਼ ਕਲਿੱਪਸ ਵਗੈਰਾ ਦੇਖ ਰਿਹਾ ਸੀਗਾ, ਜਿਹੜਾ ਜਸਟ ਲਾਈਕ ਏ ਜਿਵੇਂ ਮਤਲਬ ਕਿਹਾ ਨਾ ਇੱਕ ਲੋਅਰ ਲੈਵਲ ਦਾ ਜਿਵੇਂ ਕਮੇਡੀਅਨ ਕਰਦਾ ਆ, ਸਟੇਜ ਤੇ ਖੜਾ ਹੋ ਕੇ ਐਵੇਂ ਕਰ ਰਿਹਾ। ਮੈਂ ਸੋਚਦਾ ਇਹ ਉਹੀ ਅਮਰੀਕਾ ਆ ਜਿੱਥੇ ਕਦੀ ਬਰਾਕ ਓਬਾਮਾ ਵਰਗਾ ਬੰਦਾ ਬੋਲਦਾ ਹੁੰਦਾ ਸੀ ਇਹਨਾਂ ਸਟੇਜਾਂ ਤੇ। ਉਹੀ ਅਮਰੀਕਾ ਜਿੱਥੇ ਬਿਲ ਕਲਿੰਟਨ ਵਰਗਾ ਬੰਦਾ ਬੋਲਦਾ ਸੀ। ਐਟਲੀਸਟ ਚਲੋ ਕੋਈ ਲਾਈਕ ਕਰੇ ਨਾ ਕਰੇ ਆਈਡੀਓਲੋਜੀਕਲੀ ਸਾਈਡ ਤੋਂ, ਇਹੀ ਉਹੀ ਅਮਰੀਕਾ ਹੈ ਜਿੱਥੇ ਬੁਸ਼ ਸੀਨੀਅਰ ਦੇ ਬਾਅਦ ਚ ਬੁਸ਼ ਜੂਨੀਅਰ ਬੋਲਦਾ ਸੀਗਾ। ਇਹ ਉਹੀ ਅਮਰੀਕਾ ਦੀ ਸਟੇਜਾਂ ਤੇ ਲਿੰਕਨ ਕਦੀ ਬੋਲਿਆ ਹੈਗਾ। ਤੁਸੀਂ ਦੇਖੋ ਇਸ ਸਾਰੀ ਚੀਜ਼ ਨੂੰ, ਅੱਜ ਇਹ ਦੇਖੋ ਕਿਵੇਂ ਮਤਲਬ ਉਹ ਜਿਵੇਂ ਮੋਕਿੰਗ ਹੋ ਰਹੀ ਹੈ, ਸਭ ਚੀਜ਼ਾਂ ਹੋ ਰਹੀਆਂ ਇਸ ਤਰੀਕੇ ਦੇ ਨਾਲ। ਇਹ ਐਵੇਂ ਨਹੀਂ ਆ ਗਿਆ। ਕਾਰਨ ਇਹਦਾ ਕੀ ਬਣਿਆ? ਪੋਲੀਟੀਕਲੀ ਲੋਕਾਂ ਨੇ ਜਿਹੜੀਆਂ ਗੱਲਾਂ ਕੀਤੀਆਂ, ਵਿਖਾਇਆ, ਦੱਸਿਆ, ਬਾਅਦ 'ਚ ਪਤਾ ਲੱਗਾ ਹਿਪੋਕਰੇਟ ਨੇ। ਵਿਖਾਉਂਦੇ ਇਹ ਸਨ ਲੋਕਾਂ ਦੀ ਭਲਾਈ ਵਾਸਤੇ ਜਾ ਰਹੇ ਨੇ, ਲੋਕਾਂ ਦੀ ਭਲਾਈ ਦਾ ਤਾਂ ਕੋਈ ਨਹੀਂ, ਇਹ ਤਾਂ ਕੋਈ ਆਪਣੇ ਬਿਜ਼ਨਸ ਇੰਟਰਸਟ ਲਈ ਜਾ ਰਹੇ ਨੇ। ਇਹ ਤਾਂ ਇੱਕ ਬਿਜ਼ਨਸ ਮਾਡਲ ਬਣ ਗਿਆ। ਇਹ ਤੇ ਸਾਰੀ ਉਹ ਜਿਹੜੀ ਰਿਐਲਿਟੀ ਸੀਗੀ ਉਹ ਬਾਹਰ ਆਉਣ ਲੱਗ ਗਈ ਹੌਲੀ ਹੌਲੀ ਕਰਕੇ। ਜਿਹੜਾ ਵਿਖਾਇਆ ਇਹ ਗਿਆ ਕਿ ਨਹੀਂ ਨਹੀਂ ਮੈਨੂੰ ਆਪਾਂ ਨੂੰ ਕੋਈ ਲਾਲਚ ਨਹੀਂ, ਮੈਂ ਤਾਂ ਲੋਕ ਸੇਵਾ ਵਾਸਤੇ ਜਾ ਰਿਹਾ। ਮੈਂ ਤਾਂ ਬਸ ਭਾਈ ਜਿਹਨੂੰ ਮੈਂ ਬਾਤ ਬੀਤੇ ਕੱਲ੍ਹ ਵੀ ਕੀਤੀ ਸੀ, ਟਰਾਂਸਪੇਰੈਂਸੀ, ਅੰਦਰੋਂ ਬਾਹਰੋਂ ਸਾਫ਼ ਗੋਤਾ। ਕਿਹਾ ਜਾਏ ਮੇਰਾ ਲਾਲਚ ਆ ਹੈ, ਮੈਂ ਇਸ ਲਾਲਚ ਨੂੰ ਪੂਰਿਆਂ ਕਰਨਾ, ਬਸ ਇਸ ਲਾਲਚ ਨੂੰ ਪੂਰਾ ਕਰਦਿਆਂ ਹੋਇਆ ਮੈਂ ਆਹ ਕੰਮ ਕਰਨੇ ਨੇ ਬਾਰੇ ਸਾਰੇ ਦੇ ਸਾਰੇ। ਸਪਸ਼ਟ ਹੋ ਗਈ ਬਾਤ, ਅੰਦਰੋਂ ਬਾਹਰੋਂ ਇੱਕੋ ਜਿਹੇ ਉਸ ਰੂਪ ਦੇ ਵਿੱਚ। ਹਾਂ ਮਾਨਵ ਕਲਿਆਣ ਹੈ ਤੇ ਜੇ ਕੁਝ ਕਾਰਜ ਕਰਨਾ ਉਹ ਹੈ ਵਿਚਾਰਧਾਰਾ, ਕਿਸੇ ਆਈਡੀਓਲੋਜੀ ਨੂੰ ਸਮਰਪਿਤ ਹੋ ਕੇ ਜਾਣਾ, ਤੇ ਉਹਦੇ 'ਚ ਲਾਲਚ ਨਹੀਂ ਹੈਗਾ। ਗੁਰੂ ਬਾਬਾ ਜੀ ਨੇ ਆਪ ਇਹਨਾਂ ਚੀਜ਼ਾਂ ਨੂੰ ਦਿਖਾਇਆ ਤੁਹਾਡੇ ਸਾਹਮਣੇ। ਗੁਰੂ ਨਾਨਕ ਸਾਹਿਬ ਇੱਕ ਵਿਚਾਰਧਾਰਾ, ਇੱਕ ਸੋਚ ਲੈ ਕੇ ਆਉਂਦੇ ਸਪਿਰਿਚੁਅਲ ਸਾਈਡ ਤੋਂ ਮਾਨਵ ਕਲਿਆਣ ਦੀ, ਮਨੁੱਖਤਾ ਦੇ ਭਲੇ ਵਾਸਤੇ। ਇੱਕ ਸਮਾਂ ਆਇਆ ਬਾਬਾ ਜੀ ਨੇ ਕਿਹਾ ਦੇਖੋ ਸੋਚ ਚੱਲੇਗੀ ਤੇ ਇਹ ਸੋਚ ਨੂੰ ਲੈ ਕੇ ਭਾਈ ਲਹਿਣਾ ਜੀ ਅੰਗਦ ਦੇ ਰੂਪ ਵਿੱਚ ਜਾਣਗੇ ਅੱਗੇ। ਇਸੇ ਤਰੀਕੇ ਨਾਲ ਸਕੂਲ ਅੱਗੇ ਚੱਲਦਾ ਗਿਆ। ਦੱਸਿਆ ਗਿਆ ਇੱਥੇ ਸਾਰੀ ਬਾਤ ਕਿਸੇ ਇੱਕ ਇੰਡੀਵਿਜੂਅਲ ਦੀ ਜਾਂ ਕਿਸੇ ਇਕੱਲੇ ਸ਼ਖਸ ਦੀ ਨਹੀਂ ਹੈ। ਇਹ ਬਾਤ ਇੱਕ ਵੱਡੇ ਵਿਚਾਰ ਦੇ ਖਿਆਲ ਦੇ ਉਸ ਲੈਵਲ ਦੀ ਹੈ ਜਿਹਦੇ ਨਾਲ ਮਨੁੱਖਤਾ ਦਾ ਵਾਕਿਆ 'ਚ ਹੀ ਕਲਿਆਣ ਹੋਣਾ ਆ, ਉਹਦੇ ਨਾਲ ਭਲਾ ਹੋਇਆ ਮਾਨਵਤਾ ਦਾ। ਜੇ ਬੰਦਾ ਸਵਾਰਥੀ ਹੋ ਕੇ ਬਾਹਰੋਂ ਵਿਖਾਵੇਗਾ ਕੁਛ, ਅੰਦਰੋਂ ਕੁਛ ਹੋਏਗਾ, ਲੌਂਗ ਰਨ ਦੇ 'ਚ ਚੀਜ਼ਾਂ ਛੁਪੀਆਂ ਨਹੀਂ ਰਹਿੰਦੀਆਂ। ਜਿਹਨੂੰ ਸਾਹਿਬ ਨੇ ਕਿਹਾ ਸੀਗਾ ਨਾ ਕਿ ਤੂੰ ਜਿੰਨੀਆਂ ਮਰਜ਼ੀ ਲਕੋ ਲੈ, ਉਗੜ ਗਿਆ ਜੈਸੇ ਖੋਟਾ ਟਬੂਆ ਨਦਰ ਸਰਾਫੇ ਆਈ। ਕਾਲ ਬੜਾ ਵੱਡਾ ਸਰਾਫ ਹੈ। ਜਿਵੇਂ ਕਸਵੱਟੀ ਲਾਉਂਦਾ ਆ, ਸੋਨੇ ਦਾ ਸੋਨਾ ਤੇ ਲੋਹੇ ਦਾ ਲੋਹਾ ਕੱਢ ਕੇ ਬਾਹਰ ਰੱਖ ਦਿੰਦਾ ਹੈ। ਕਿਹੜੀ ਚੀਜ਼ ਕਿੱਥੇ ਟਿਕੀ ਹੈ? ਇੱਥੇ ਗੁਰੂ ਬਾਬਾ ਜੀ ਬਾਤ ਕਰਦੇ ਜਿਹੜੀ ਖਰੀ ਸਰਸੀ ਮੇਰੇ ਅੰਦਰ ਭੋਗ ਬਿਰਤੀ ਖਤਮ ਹੋ ਗਈ ਹੈ। ਮੈਨੂੰ ਦੂਜਿਆਂ ਦੀ ਖੁਸ਼ੀ ਵਿੱਚ ਆਪ ਖੁਸ਼ੀ ਲੈਣ ਦੀ ਜਾਚ ਆ ਗਈ ਹੈ। ਦੂਜਿਆਂ ਨੂੰ ਖਵਾ ਕੇ ਆਪ ਸੁੱਖ ਮਿਲਦਾ ਆ, ਦੂਜਿਆਂ ਦਾ ਭਲਾ ਮੰਗ ਕੇ ਆਪਣਾ ਭਲਾ ਲੱਗਦਾ ਆ। ਇਹ ਖਰੀ ਸਰਸੀ ਹੈ। ਮੈਨੂੰ ਹੁਣ ਆਹ ਰਸ ਮਿਲ ਰਿਹਾ। ਮੈਨੂੰ ਸਭ ਦੇ ਵਿੱਚ ਉਹ ਕਰਤਾਰ ਨੂੰ ਵੇਖਣ ਦੀ ਜਾਚ ਆ ਗਈ ਹੈ। ਇਹ ਹੈ ਮੇਰਾ ਸਾਜਨ ਜਿਹੜਾ ਮੇਰੇ ਘਰ ਆਇਆ। ਮੇਰੀ ਸੁਰਤ ਜਿਹੜੀ ਇਹੋ ਜਿਹੀ ਬਣ ਗਈ ਹੈ। ਗੁਣ ਸੰਗ੍ਰਹ ਹੰਸੀ ਖਰੀ ਸਰਸੀ ਜਾਂ ਰਾਵੀ ਰੰਗ ਰਾਤਾ ਹੈ। ਤੇ ਇਹ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਰੰਗ ਰੱਤਾ ਆ ਪ੍ਰੇਮ ਦੇ ਵਿੱਚ, ਉਹਦੇ ਨਾਲ ਮੈਂ ਰਾਵ ਗਈ, ਮੈਂ ਰਵਣ ਕਰਨ ਲਈ ਤਿਆਰ ਹੋ ਗਈ। ਹੁਣ ਰਵਣ ਕਰਨ ਲਈ ਤਿਆਰ ਇਹ ਹੈ ਕਿ ਕਿਸੇ ਥਾਟ ਨੂੰ ਤੁਸੀਂ ਪੂਰੀ ਆਪਣੀ ਜਿੰਦ ਜਾਨ ਦੇ ਦਿਓ, ਕਿਸੇ ਵਿਚਾਰ ਨੂੰ। ਇੱਥੇ ਤੇ ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ, ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਭਾਈ ਹੈ, ਹੁਕਮ ਮੰਨਿਓ ਗੁਰੂ ਕੇਰਾ। ਆਹ ਜਿਹੜੀ ਚੀਜ਼ ਆ, ਇਹਨੂੰ ਕਿਹਾ ਗਿਆ ਰਾਵੀ ਰੰਗ ਰਾਤਾ ਹੈ। ਉਸ ਪ੍ਰੇਮ ਦੇ ਰੰਗ ਵਿੱਚ ਰੱਤੇ ਹੋਏ ਦੇ ਨਾਲ ਮੈਂ ਰਾਵ ਗਈ ਪਾ, ਮੈਂ ਆਪਣਾ ਸਭ ਕੁਝ ਸਮਰਪਿਤ ਕਰ ਦਿੱਤਾ। ਉਹਦੇ ਨਾਲ ਫਿਰ ਦੂਸਰੀ ਤਸਵੀਰ ਵਿਖਾਈ ਹੁਣ, ਉਹ ਹੈ ਅਵਗਣ ਮਾਰ ਗੁਣੀ ਕਰ ਛਾਇਆ। ਅਵਗਣ ਮਾਰ, ਅਵਗਣਾਂ ਨੂੰ ਮਾਰ ਦਿੱਤਾ, ਗੁਣੀ ਘਰ ਛਾਇਆ, ਤੇ ਉਹਨੇ ਗੁਣਾਂ ਦੀ ਆ ਕੇ ਪਰਛਾਈ ਪਾ ਦਿੱਤੀ ਉਹਨੇ ਇਸ ਰੂਪ ਵਿੱਚ। ਤੁਸੀਂ ਇਹਨੂੰ ਇਸ ਤਰ੍ਹਾਂ ਜਾਣੋ ਜਿਵੇਂ ਆਪਾਂ ਇੱਥੇ ਦੇਖਦੇ ਹੈਗੇ ਕੈਨੇਡਾ 'ਚ ਵਿੰਟਰ ਸ਼ੁਰੂ ਹੋ ਰਹੀ ਹੈ। ਸਾਡੇ ਬੈਕਯਾਰਡ ਦੇ ਵਿੱਚ ਜਾਂ ਸਾਡੇ ਆਲੇ ਦੁਆਲੇ ਘਰਾਂ ਥਾਵਾਂ ਦੇ ਵਿੱਚ ਬਹੁਤ ਸਾਰੇ ਡਿਫਰੈਂਟ ਪੈਸਟਸ, ਘਾਹ ਵਗੈਰਾ ਉੱਗੇ ਹੋਣ, ਕੁਝ ਲੋਕਾਂ ਨੇ ਪੱਟੇ ਹੋਣ, ਕੋਈ ਦਵਾਈ ਪਾਈ ਹੋਏ, ਤੇ ਉਹ ਸਾਰੇ ਦੇ ਸਾਰੇ ਥੋੜ੍ਹੇ ਬਹੁਤੇ ਮਰੇ, ਥੋੜ੍ਹੇ ਬਹੁਤੇ ਉਸੇ ਤਰ੍ਹਾਂ ਐਜ਼ ਇਟ ਇਜ਼ ਰਹੇ। ਕੋਈ ਗੱਲ ਨਹੀਂ, ਹੁਣ ਵਿੰਟਰ ਆ ਗਈ ਹੈ। ਵਿੰਟਰ ਵਿੱਚ ਕੀ ਹੋਣਾ ਹੈ? ਠੰਡ ਵੱਧ ਜਾਣੀ ਹੈ। ਜਦੋਂ ਠੰਡ ਵੱਧ ਜਾਣੀ ਹੈ, ਸਨੋ ਵੱਧ ਜਾਣੀ, ਬਿਲਕੁਲ ਉਹਨੇ ਸਾਰੇ ਨੂੰ ਆਪਣੀ ਲਪੇਟ ਵਿੱਚ ਲੈਣਾ। ਉਹਦੇ ਉੱਤੇ ਇੱਕ ਚਾਦਰ ਛਾ ਜਾਣੀ ਇਸ ਤਰੀਕੇ ਨਾਲ, ਉਹਨੇ ਕਵਰ ਕਰ ਲੈਣਾ। ਤੇ ਕਵਰ ਕਰਕੇ ਕੀ ਕਰਨਾ?
ਉਹ ਸਾਰਾ ਜਿੱਥੇ ਮਰਜੀ, ਉਹ ਭਾਵੇਂ ਉੱਚੀ ਪਹਾੜੀ ਤੇ ਸੀ, ਭਾਵੇਂ ਤੁਹਾਡੇ ਬੈਕਯਾਰਡ ਸੀ, ਫਰੰਟ ਯਾਰਡ 'ਚ, ਉਹ ਸਾਰੇ ਨੂੰ ਮਾਰ ਦੇਣਾ, ਉਹਨੇ ਖਤਮ ਕਰ ਦੇਣਾ। ਬਿਲਕੁਲ ਉਹਨੇ ਐਸੀ ਛਾਇਆ ਦੇਣੀ ਹੈ, ਐਸਾ ਸਾਇਆ ਪਾਣਾ ਹੈ, ਉਹ ਸਾਰੀਆਂ ਚੀਜ਼ਾਂ ਉੱਥੇ ਮੁੱਕ ਜਾਣੀਆਂ ਸਭ ਉਸ ਰੂਪ ਦੇ ਵਿੱਚ। ਜਿਹੜੇ ਸਾਡੇ ਅੰਦਰ ਵੀ ਔਗਣ ਸੀਗੇ, ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ, ਉਹਦੇ ਨਿਰਮਲ ਭੈ ਭਾਵ ਵਿੱਚ ਆ ਗਏ, ਉਹਦੀ ਐਸੀ ਚਾਦਰ ਛਾਈ, ਔਗਣ ਆਪਣੇ ਆਪ ਮਰਨੇ ਸ਼ੁਰੂ ਹੋ ਗਏ, ਲੋੜ ਹੀ ਨਹੀਂ ਹੁਣ। ਤੇ ਬਹੁਤ ਸਾਰੀਆਂ ਚੀਜ਼ਾਂ ਡੀਪ ਲੈਵਲ ਤੇ ਬੰਦਾ ਕਈ ਵਾਰੀ ਅੰਡਰਸਟੈਂਡ ਵੀ ਨਹੀਂ ਕਰ ਪਾਉਂਦਾ। ਮੇਰੇ ਇੱਥੇ ਸ਼ਹਿਰ 'ਚ ਮਿੱਤਰ ਹੈਗੇ ਨੇ, ਤੇ ਉਹ ਕੁਝ ਸੀਗਾ ਉਹਨਾਂ ਦੇ ਜੀਵਨ ਦੇ ਵਿੱਚ, ਨਸ਼ੇ ਦੀ ਆਦਤ ਸੀ, ਕੁਝ ਹੋਰ ਇਹੋ ਜਿਹੀਆਂ ਚੀਜ਼ਾਂ ਸੀਗੀਆਂ। ਖੈਰ ਵਕਤ ਆਪਣੀ ਜਾਚੇ ਬਤੀਤ ਹੋਇਆ, ਪਰਿਵਾਰ 'ਚ ਕੋਈ ਡੈਥ ਹੋ ਗਈ, ਉਹਦੇ ਬਹੁਤ ਜ਼ਿਆਦਾ ਉਹਨਾਂ ਨੂੰ ਗਰੀਵਿੰਗ ਪ੍ਰੋਸੈਸ ਦੇ ਵਿੱਚ ਬੜੇ ਤੰਗ ਹੋ ਰਹੇ ਸੀ। ਗੁਰਬਾਣੀ ਇੰਟਰੋਡਿਊਸ ਕੀਤੀ ਗਈ, ਪਾਠ ਕਰਨ ਲੱਗ ਗਏ। ਤਾਂ ਹੁਣ ਪਾਠ ਕਰਦਿਆਂ ਬਸ ਲਿਟਰਲੀ ਤੌਰ 'ਤੇ ਪਾਠ ਕਰਨਾ, ਸਵੇਰੇ ਕਰਨਾ, ਸ਼ਾਮ ਕਰਨਾ, ਇਹ ਚੱਲਦਾ ਰਿਹਾ। ਅਤੇ ਇੱਕ ਦਿਨ ਕਿਤੇ ਸ਼ਾਮ ਨੂੰ ਪਾਠ ਕਰਨ ਤੋਂ ਬਾਅਦ, ਜਿਹੜਾ ਉਹਨਾਂ ਦਾ ਨਸ਼ਾ ਵਗੈਰਾ ਲੈਣ ਦਾ ਟਾਈਮ ਸੀਗਾ, ਉਹ ਟਾਈਮ ਆਇਆ, ਅਤੇ ਮਨ 'ਚ ਪਤਾ ਨਹੀਂ ਕੀ ਖਿਆਲ ਆਇਆ, ਕਿੰਨੀ ਦੇਰ ਉਹ ਕਹਿੰਦਾ ਨਸ਼ਾ ਧਰ ਕੇ ਬੈਠਾ ਰਿਹਾ। ਫਿਰ ਇੱਕਦਮ ਮਨ 'ਚ ਆਇਆ, ਦੱਸੋ ਨਹੀਂ ਇਹ ਲੈਣਾ ਹੀ ਨਹੀਂਗਾ, ਇੰਨੇ ਦਿਨ ਹੋ ਗਏ ਸੋਚਦਾ ਲਵਾਂ ਨਾ ਲਵਾਂ, ਅੱਜ ਨਹੀਂ ਲੈਣਾ, ਚੱਕ ਕੇ ਡੋਲਤਾ। ਜਿਹੜੇ ਘਰ ਦੇ ਮੈਂਬਰ ਰੋਜ਼ ਕਹਿੰਦੇ ਸੀਗੇ, ਉਹ ਹੀ ਉਲਟਾ ਬੋਲ ਕੇ ਕਹਿੰਦੇ ਲੈ ਦੇਖ ਕਿੱਦਾਂ ਨਾਟਕ ਕਰਨ ਦਿਆ, ਅੱਜ ਡੋਲ ਦਿਆ, ਕੱਲ ਨੂੰ ਫਿਰ ਲੈ ਆਵੇਗਾ ਜਾ ਕੇ, ਕਾਹਦੇ ਲਈ ਮਨੀ ਕਦੋਂ ਵੇਸਟ ਕਰਦਾ। ਉਹ ਕਹਿੰਦਾ ਖੈਰ ਕੋਈ ਗੱਲ ਨਹੀਂ, ਇੱਕ ਦਿਨ ਲੰਘਿਆ, 2 ਦਿਨ ਲੰਘੇ, 3 ਦਿਨ ਲੰਘੇ, ਕਾਫੀ ਚੇਂਜਸ ਦੇਖੇ ਮੈਂ। ਫਿਰ ਫੈਮਿਲੀ ਨੇ ਨੋਟ ਕਰਨੇ ਸ਼ੁਰੂ ਕਰ ਦਿੱਤੇ। ਅਤੇ ਮੈਨੂੰ ਇੱਕ ਦਿਨ ਫੈਮਿਲੀ ਲਿਟਰਲੀ ਤੌਰ 'ਤੇ ਪੁੱਛਦੀ ਵੀ ਕੀ ਕਿਤੋਂ ਕੋਈ ਕਾਉਂਸਲਿੰਗ ਵਗੈਰਾ ਲੈ ਰਹੇ, ਕੁਝ ਟਰੀਟਮੈਂਟ ਵਗੈਰਾ, ਕੁਝ ਕਿਤੇ ਕੋਈ ਐਸੀ ਇਹੋ ਜਿਹੀ ਬਾਤ ਚੱਲ ਰਹੀ। ਉਹ ਕਹਿੰਦਾ, ਮੈਂ ਹੱਸ ਪਿਆ, ਮੈਂ ਕਿਹਾ ਤੁਹਾਨੂੰ ਨਹੀਂ ਪਤਾ ਲੱਗਦਾ। ਕਹਿੰਦੇ ਨਹੀਂ, ਕਹਿੰਦੇ ਟਰੀਟਮੈਂਟ ਤਾਂ ਚੱਲ ਰਿਹਾ, ਕਾਫੀ ਸਮੇਂ ਤੋਂ ਚੱਲ ਰਿਹਾ। ਉਹ ਸੀਗਾ ਕਿ ਮੈਂ ਹੀ ਬਾਗੀ ਹੋ ਰਿਹਾ ਸੀ, ਅੰਦਰੋਂ ਹੀ ਚੀਜ਼ ਆ ਰਹੀ ਸੀ, ਅੰਦਰੋਂ ਇੱਕ ਆਵਾਜ਼ ਆ ਰਹੀ ਸੀ, ਛੱਡਦੇ ਰਹਿਣ ਦੇ, ਕਾਹਦੇ ਲਈ ਪੀਣਾ ਆ, ਕਾਹਦੇ ਲਈ ਕਰਨਾ ਆ। ਬਦਲ ਗਿਆ। ਆਹ ਜਿਹੜਾ ਲੈਵਲ ਆ ਨਾ, ਜਿਹੜਾ ਸਾਹਿਬ ਜ਼ਿਕਰ ਕਰਦੇ ਕਿ ਇੱਕ ਚਾਦਰ ਇਹੋ ਜਿਹੀ ਛਾਈ, ਔਗਣ ਆਪਣੇ ਆਪ ਮਰਨੇ ਸ਼ੁਰੂ ਹੋ ਗਏ। ਇਹ ਇੱਕ ਅਲਾਹੀ ਵਿਸ਼ਵਾਸ ਆ। ਬੰਦਾ ਇੱਕ ਬੜੀ ਭਾਵਨਾ ਦੇ ਨਾਲ ਕਿਸੇ ਚੀਜ਼ ਨਾਲ ਜੁੜ ਗਿਆ, ਹੌਲੀ ਹੌਲੀ ਕਰਕੇ ਅੰਦਰ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ। ਗੁਰੂ ਬਾਬਾ ਜੀ ਕਹਿੰਦੇ ਹੁਣ ਹਾਲਤ ਇਹ ਬਣੀ ਹੈ, ਅਵਗਣ ਮਾਰ ਗੁਣੀ ਕਰ ਛਾਇਆ, ਪੂਰਾ ਪੁਰਖ ਵਿਧਾਤੇ। ਤੇ ਇਹੋ ਜਿਹੇ ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਮੂਰਤੀ ਵਿੱਚ, ਕਿਸੇ ਖਾਸ ਜਗ੍ਹਾ 'ਤੇ, ਆਮ ਕਰਕੇ ਸਾਡੇ ਅਸੀਂ ਸਿੱਖੀ ਕੌਨਸੈਪਟ ਵਿੱਚ ਅਸੀਂ ਸੁਖਣਾ ਜਾਂਦੇ ਹਾਂ ਵੱਖਰੀਆਂ ਵੱਖਰੀਆਂ ਜਗ੍ਹਾ 'ਤੇ। ਬਾਣੀ ਕਹਿ ਰਹੀ ਹੈ ਉਹਨੂੰ ਕਿਸੇ ਸਪੈਸੀਫਿਕ ਜਗ੍ਹਾ 'ਤੇ ਨਾ ਦੇਖੀ। ਆ ਲਫ਼ਜ਼ ਆਇਆ ਪੂਰਾ ਪੁਰਖ ਵਿਧਾਤਾ ਹੈ, ਉਹ ਪੂਰਿਆ ਹੋਇਆ ਸੰਪੂਰਨ ਆ, ਵਿਧੀ ਦਾ ਵਿਧਾਨ ਕਰਨ ਵਾਲਾ ਵਿਧਾਤਾ ਆਪ ਹਰ ਥਾਂ 'ਤੇ ਮੌਜੂਦ ਆ। ਬਸ ਤੈਨੂੰ ਹੀ ਅਹਿਸਾਸ ਕਰਨ ਦੀ ਲੋੜ ਹੈ, ਉਹ ਕਿਤੇ ਦੂਰ ਨਹੀਂ ਗਾ ਤੇਰੇ ਤੋਂ। ਅੱਗੇ ਬਚਨਾ ਤਸਕਰ ਮਾਰ ਵਸੀ ਪੰਚਾਇਣ, ਬੜੇ ਮਹਿੰਗੇ ਲਫ਼ਜ਼ ਯੂਜ਼ ਕੀਤੇ ਗੁਰੂ ਨਾਨਕ ਸਾਹਿਬ ਨੇ। ਤਸਕਰ ਮਾਰ, ਤਸਕਰ ਨੇ ਚੋਰ, ਜਿਹੜੇ ਤਸਕਰੀ ਕਰ ਰਹੇ ਨੇ। ਮਤਲਬ ਸਾਡੇ ਅੰਦਰ ਦੇਖੋਗੇ ਤੁਸੀਂ, ਜੀਵਨ ਦੀ ਐਨਰਜੀ ਹੈ ਸਾਰੀ, ਸਭ ਤੋਂ ਬੈਸਟ ਐਨਰਜੀ ਹੈਗੀ ਕਿ ਅਸੀਂ ਅੰਦਰ ਸੋਚਦੇ ਹਾਂ, ਖਿਆਲਾਂ ਦੀ ਦੁਨੀਆ 'ਚ ਹਰ ਵਕਤ ਕੁਛ ਨਾ ਕੁਛ ਚੱਲਦਾ ਆ। ਜ਼ਿਆਦਾਤਰ ਵਕਾਰ ਚੱਲਦੇ ਨੇ, ਵਕਾਰਾਂ ਤੋਂ ਬਾਅਦ ਥੋੜ੍ਹਾ ਜਿਹਾ ਬੰਦਾ ਉੱਭਰ ਆਵੇ, ਫਿਰ ਫਿਕਰ ਚੱਲਦੇ ਨੇ, ਵਰੀਜ਼, ਓਵਰ ਵਰੀਜ਼ ਬਹੁਤ ਜ਼ਿਆਦਾ। ਜੇ ਉਸ ਤੋਂ ਬਾਅਦ ਆ ਜਾਏ ਤੇ ਫਿਰ ਐਵੇਂ ਆਲੇ ਦੁਆਲੇ ਦਾ ਕੂੜ ਕਬਾੜਾ ਚੱਲਦਾ ਬਦੀ। ਕੁਝ ਗਾਣੇ ਸੁਣ ਲਏ, ਕੁਝ ਫਿਲਮਾਂ ਵੇਖ ਲਈਆਂ, ਕੁਝ ਕਿਸੇ ਦੀਆਂ ਗੱਲਾਂ, ਐਵੇਂ ਬੰਦਾ ਜਿਹਨੂੰ ਕਿਹਾ ਜਾਏ ਕਿ ਉਸੇ ਰੂਪ ਵਿੱਚ ਦੁਹਰਾਈ ਜਾਂਦਾ ਇਸ ਤਰੀਕੇ ਨਾਲ। ਇੱਕ ਦਿਨ ਮੈਂ ਸ਼ਾਇਦ ਬਚਨ ਵਿੱਚ ਆ ਰਿਹਾ ਹੋਏਗਾ, ਗੁਰੂ ਨਾਨਕ ਸਾਹਿਬ ਦਾ ਸ਼ਬਦ ਅਸੀਂ ਪੜ੍ਹਦੇ ਹਾਂ ਤਿਲੰਗ ਰਾਗ ਦੇ। ਸਾਹਿਬ ਕਹਿੰਦੇ ਸ਼ਬ ਰੋਜ਼ ਗਸ਼ਤਮ ਦਰ ਹਵਾ ਕਰਦੇਮ ਬਦੀ ਖਿਆਲ। ਜਿਵੇਂ ਵਾਵ ਰੋਲੇ ਨਹੀਂ ਹੁੰਦੇ, ਮਨ ਇਤਨਾ ਜ਼ਿਆਦਾ ਵੰਡਰ ਕਰਦਾ ਆ, ਉਹਦੀ ਵਾਂਡਰਿੰਗ ਦੀ ਹਾਲਤ ਇਹ ਹੈ ਕਿ ਜਿਵੇਂ ਵਾਵ ਰੋਲੇ ਸਾਰੇ ਗਲੀ ਦੇ ਕੱਖ ਚੁੱਕ ਕੇ ਘੁਮਾਈ ਜਾਂਦੇ ਨੇ, ਮੇਰਾ ਮਨ ਐਵੇਂ ਘੁਮਾਈ ਜਾਂਦਾ। ਐਵੇਂ ਗੱਲਾਂ ਜਿਨ੍ਹਾਂ ਦਾ ਕੋਈ ਮਤਲਬ ਨਹੀਂ, ਕੋਈ ਮੇਰੇ ਨਾਲ ਸਰੋਕਾਰ ਨਹੀਂ, ਕਿਸੇ ਬਾਰੇ ਸੋਚੀ ਜਾਂਦਾ ਆ, ਨਿੰਦਿਆ ਕਿਸੇ ਦੀ ਅੰਦਰ, ਕਿਸੇ ਦੀ ਬਖੀਲੀ, ਕਿਸੇ ਨਾਲ ਸਾੜਾ, ਅਜਾਈ ਸਾਰਾ ਇਸ ਤਰੀਕੇ ਨਾਲ। ਇਹ ਐਨਰਜੀ ਵੇਸਟਿੰਗ ਹੈ। ਇਹ ਸਾਨੂੰ ਇਹ ਨਹੀਂ ਪਤਾ ਅੰਦਰ ਦੀ ਦੁਨੀਆ, ਇਹ ਸਭ ਕੁਝ ਕਿਉਂ ਚੱਲੀ ਜਾਂਦਾ ਹੈ ਸਭ ਕੁਝ। ਗੁਰੂ ਬਾਬਾ ਜੀ ਨੇ ਜਿਹੜੀ ਆਹ ਬਾਤ ਕੀਤੀ, ਕਹਿੰਦੇ ਹੁਣ ਕੀ ਹੋਇਆ ਹੈ, ਤਸਕਰ ਮਾਰ, ਉਹ ਜਿਹੜੇ
ਚੋਰ ਸੀਗੇ ਜਿਹੜੇ ਇਸ ਕਿਸਮ ਦੇ ਫੁਰਨੇ ਲਿਆ ਕੇ ਵਾਰ-ਵਾਰ ਮੈਨੂੰ ਡਿਸਟਰਬ ਕਰ ਰਹੇ ਸੀ, ਡਿਸਟਰੈਕਟ ਕਰ ਰਹੇ ਸੀਗੇ, ਐਵੇਂ ਦੁਨੀਆ ਭਰ ਦਾ ਕੂੜ ਕਬਾੜਾ ਲਿਆ ਕੇ ਮੇਰੀ એનર્ਜੀ ਵੇਸਟ ਕਰ ਰਹੇ ਸੀਗੇ, ਉਹ ਮਾਰਦੇ। ਹੁਣ ਉਹ ਫੁਰਨਿਆਂ ਦੀ ਦੁਨੀਆ, ਤੇ ਇਹਨੂੰ ਇਸ ਤਰ੍ਹਾਂ ਜਾਣੋ, ਇਹਦੇ ਦੋ ਤਰੀਕੇ ਨੇ। ਇੱਕ ਤਰੀਕਾ ਤੇ ਇਹਦਾ ਇਹ ਹੈਗਾ ਕਿ ਬੰਦਾ ਬਹੁਤ ਡੀਪ ਲੈਵਲ ਤੇ ਐਜੂਕੇਟਡ ਹੋ ਜਾਏ ਆਪਣੇ ਆਪ ਬਾਰੇ। ਗੁਰਬਾਣੀ ਪੜ੍ਹਦਿਆਂ ਇਹ ਚੀਜ਼ ਤੁਸੀਂ ਲੈ ਸਕਦੇ ਹੋ। ਦੂਸਰਾ ਇਹ ਹੈ ਕਿ ਬੰਦਾ ਗੁਰਬਾਣੀ ਪੜ੍ਹੇ ਤੇ ਵਿਸ਼ਵਾਸ ਵਿੱਚ ਅਰਦਾਸਾਂ ਕਰੇ, ਬੇਨਤੀਆਂ ਕਰੇ, ਸੰਗਤ ਕਰੇ, ਜਿਹਦੀ ਇਹਦੇ 'ਚ ਗੱਲ ਵੀ ਹੋ ਰਹੀ ਹੈ ਪੰਚਾਇਣ ਵਾਲੀ, ਉਹਦੇ 'ਚ ਲੱਗਾ ਰਹੇ, ਤੇ ਜਿਹੜੀਆਂ ਚੀਜ਼ਾਂ ਥਾਟਸ ਵਗੈਰਾ ਅੰਦਰ ਆ ਰਹੇ ਨੇ, ਫੁਰਨੇ ਆ ਰਹੇ ਨੇ, ਉਹਨਾਂ ਨੂੰ ਓਬਜ਼ਰਵ ਕਰਨਾ ਸਿੱਖੇ। ਉਹਨਾਂ ਦੇ ਫਲੋ ਦੇ ਵਿੱਚ ਜਦੋਂ ਜਾ ਰਿਹਾ ਆ, ਜਦੋਂ ਪਤਾ ਲੱਗ ਜੇ ਓਹੋ ਮੈਂ ਤੇ ਸ਼ਬਦ ਪੜ੍ਹ ਰਿਹਾ ਸੀਗਾ, ਮੈਂ ਤੇ ਬਾਣੀ ਪੜ੍ਹ ਰਿਹਾ ਸੀ, ਮੈਂ ਤੇ ਆਹ ਚੀਜ਼ ਚੰਗੀ ਸੋਚ ਰਿਹਾ ਸੀਗਾ, ਤੇ ਇਹ ਕੀ ਬਣਿਆ, ਟ੍ਰੇਲ ਬਣ ਗਈ ਇੱਕ, ਮੈਂ 15 16 17 18 ਫੁਰਨੇ ਦੂਜੇ ਪਾਸੇ ਚਲਾ ਗਿਆ, ਵਾਪਸ ਆ ਜਾਵਾਂ। ਇਹਦੇ ਨਾਲ ਤੁਸੀਂ ਥੋੜ੍ਹਾ ਸਮਾਂ ਐਵੇਂ ਕਰੋਗੇ ਤੇ ਇਹ ਲਿਟਰਲੀ ਤੌਰ ਤੇ ਇਸ ਕੈਨੇਡੀਅਨ ਨਾਰਥ ਅਮਰੀਕਨ ਕਲਚਰ ਦੇ ਵਿੱਚ ਇਹੋ ਜਿਹੀਆਂ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ, ਇਹੋ ਜਿਹੇ ਪੂਰੇ ਦੀ ਪੂਰੀਆਂ ਥੈਰੇਪੀਜ਼ ਡਿਵੈਲਪ ਹੋ ਗਈਆਂ ਨੇ। ਜਿਹੜੀ ਪਾਵਰ ਆਫ ਨਾਓ ਦੀ ਬੁੱਕ ਲਿਖੀ ਹੈ ਇੱਥੋਂ ਦੇ ਕੈਨੇਡੀਅਨ ਸਕਾਲਰ ਨੇ, ਐਕਚੁਅਲੀ ਇਹੀ ਹੈ ਬਿਲਕੁਲ, ਆਪਣੇ ਮਨ ਨੂੰ ਹੁਣ ਵਿੱਚ ਲਿਆਉਣਾ, ਵਾਪਸ ਖਿੱਚ ਕੇ ਲਿਆਉਣਾ, ਵਾਪਸ ਖਿੱਚ ਕੇ ਲਿਆਉਣਾ। ਜਦੋਂ ਭੱਜ ਰਿਹਾ ਉਹਨੂੰ ਫਿਰ ਦੁਬਾਰਾ, ਤੇ ਉਸ ਜਿਹੜਾ ਅੰਦਰ ਥਾਟ ਪ੍ਰੋਸੈਸ ਚੱਲ ਰਿਹਾ ਉਹਨੂੰ ਓਬਜ਼ਰਵ ਕਰਨਾ, ਕਿਤੇ ਐਸਾ ਤਾਂ ਨਹੀਂ ਉਹ ਮੈਨੂੰ ਕਿਸੇ ਗਲਤ ਪਾਸੇ ਲੈ ਜਾਏਗਾ, ਫਿਰ ਦੁਬਾਰਾ। ਜੇ ਲਗਾਤਾਰ ਐਵੇਂ ਕਰੋਗੇ, ਹੌਲੀ ਹੌਲੀ ਕੀ ਹੋਏਗਾ, ਜਿਹੜੀ ਥਾਟ ਪ੍ਰੋਸੈਸਿੰਗ ਹੈ ਇਹ ਠੀਕ ਹੋਣੀ ਸ਼ੁਰੂ ਹੋ ਜਾਏਗੀ। ਬੰਦੇ ਦੇ ਵਿੱਚ ਇੱਕ ਅਜਾਈਂ ਬਿਨਾਂ ਵਜ੍ਹਾ ਜਿਹੜੀਆਂ ਵਰੀਜ਼, ਜਿਹੜੀ ਫਿਕਰਮੰਦਗੀ, ਜਿਹੜੇ ਐਵੇਂ ਆਵਾਗਾਉਣ ਖਿਆਲਾਂ ਦੀ ਇੱਕ ਦੁਨੀਆ ਚੱਲ ਰਹੀ ਹੈ, ਉਹ ਘਟ ਜਾਏਗੀ ਬਿਲਕੁਲ। ਸਭ ਕਹਿੰਦੇ ਹੁਣ ਕੀ ਹੋਇਆ, ਜਿਹੜੇ ਮੇਰੇ ਜੀਵਨ ਦਾ ਸਮਾਂ, ਮੇਰੀ ਸੁਰਤ ਦੇ ਉਸ ਸਾਰੇ ਸ਼ੋਭਨੀਕ ਪਲਾਂ ਨੂੰ ਗਵਾ ਰਹੇ ਸੀਗੇ, ਤਸਕਰ ਮਾਰ ਵਸੀ ਪੰਚਾਇਣ ਜਿੱਥੇ ਆਇਣ ਕਹਿੰਦੇ ਨੇ ਘਰ ਨੂੰ, ਆਲਿਆਂ ਨੂੰ, ਪੰਚ ਕਹਿੰਦੇ ਨੇ ਜਿਹੜਾ ਸਭ ਤੋਂ ਸ਼ੁੱਧ ਸਤਸੰਗੀ ਰੂਪ ਵਿੱਚ ਕੋਈ ਸ਼ਖਸ ਜਾਂ ਕੋਈ ਬਸ਼ਰ ਆ ਜਾਏ। ਇੱਥੇ ਜਿਹੜੀ ਪੰਚਾਇਣ ਦੀ ਬਾਤ ਕੀਤੀ ਗਈ ਹੈ, ਜਿਹਨੂੰ ਅਸੀਂ ਸ਼ਬਦ ਪੜ੍ਹਦੇ ਹਾਂ ਨਾ ਵੀ ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵੈਂ ਦਰਗਹਿ ਮਾਨ, ਉਹਦੀ ਗੱਲ ਹੋ ਰਹੀ ਹੈ। ਇਹ ਪੰਚਾਇਣ ਉਹ ਵਿਚਾਰ ਖਿਆਲ ਜਿਹੜੇ ਕਿਸੇ ਸੰਗਤ, ਚੰਗੇਰੀ ਸੰਗਤ ਨਾਲ ਜੋੜਦੇ ਨੇ, ਪੰਚ ਨਾਲ ਜੋੜਦੇ ਨੇ, ਜਿਹੜੇ ਤੁਹਾਨੂੰ ਹਾਇਰ ਲੈਵਲ ਤੇ ਲੈ ਜਾਣ, ਉਹ ਮੇਰੇ ਅੰਦਰ ਵਸਣੇ ਸ਼ੁਰੂ ਹੋ ਗਏ ਨੇ। ਤਸਕਰ ਮਾਰ ਵਸੀ ਪੰਚਾਇਣ, ਅਦਲ ਕਰੇ ਵਿਚਾਰੇ। ਬੰਦੇ 'ਚ ਰੱਬ ਦਾ ਵਿਸ਼ਵਾਸ ਹੋਣਾ ਬੜਾ ਔਖਾ ਹੈ। ਜੇ ਆ ਜਾਏ ਤੇ ਫਿਰ ਵੱਡਾ ਇਹ ਮੁਸ਼ਕਲ ਲੱਗਦੀ ਹੈ ਕਿ ਰੱਬ ਹੈ, ਮੈਂ ਉਹਦਾ ਨਾਮ ਵੀ ਲੈਣਾ ਸਭ ਕੁਝ, ਪਰ ਉਹ ਕਿਉਂ ਨਹੀਂ ਵੇਖਦਾ, ਕਿਉਂ ਨਹੀਂ ਗੱਲ ਸੁਣਦਾ, ਕਿੰਨੀ ਬੇਨਿਆਈ ਹੋ ਰਹੀ ਹੈ। ਜਿਵੇਂ ਸਪੋਜ਼ ਕਰੋ ਰੱਬ ਸਭ ਕੁਝ ਵੇਖਦਾ ਆ, ਤੇ ਸਾਡੇ ਕਿਊਬਿਕ ਸ਼ਹਿਰ ਦੇ ਵਿੱਚ ਹੀ ਬੀਤੇ ਕੱਲ 2 ਬੰਦੇ ਕਤਲ ਕਰ ਦਿੱਤੇ ਨੇ, ਇਨੋਸੈਂਟ ਬੰਦੇ, ਐਵੇਂ ਰੈਂਡਮਲੀ 5 ਜ਼ਖਮੀ ਕਰ ਦਿੱਤੇ ਨੇ। ਕਿੱਥੇ ਸੀ ਰੱਬ? ਜਾਂ ਹੋਰ ਇਹੋ ਜਿਹੀਆਂ ਚੀਜ਼ਾਂ। ਆਪ ਨਵੰਬਰ 1 ਤਾਰੀਖ ਹੈ, ਅਸੀਂ 35 ਸਾਲ ਪਹਿਲਾਂ ਹੋਏ ਆਪਣੇ ਸਿੱਖ ਜੈਨੋਸਾਈਡ ਨੂੰ ਯਾਦ ਕਰਦੇ ਹਾਂ। ਇੰਡੀਆ ਦੇ ਵੱਖਰੇ ਸ਼ਹਿਰਾਂ ਦੇ ਵਿੱਚ ਕਿਵੇਂ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ, ਜਿਉਂਦਿਆਂ ਨੂੰ ਤੇਲ ਪਾ ਕੇ ਸਾੜਿਆ, ਘਰਾਂ ਨੂੰ ਸਾੜਿਆ, ਬੇਪਤੀ ਕੀਤੀ ਬੱਚੀਆਂ ਦੀ, ਇਹ ਸਾਰਾ ਕੁਛ ਹੋਇਆ। ਲੋਕੀ ਕਹਿੰਦੇ ਕਿਉਂ ਹੋਇਆ, ਕਿੱਥੇ ਸੀ ਰੱਬ? ਸਾਰੇ ਦਾ ਸਾਰਾ ਜਿਹੜੇ ਸਾਰੀਆਂ ਚੀਜ਼ਾਂ ਨੇ, ਇਹ ਹੈਗਾ ਰਿਐਲਿਟੀ ਤੋਂ ਐਸਕੇਪ ਕਰ ਜਾਣਾ। ਅਸੀਂ ਇਹਨਾਂ ਚੀਜ਼ਾਂ ਦੇ ਬਾਬਤ ਆਪਣਾ ਹੀ ਕੋਈ ਆਰਗੂਮੈਂਟ ਬਣਾ ਕੇ, ਉਹ ਰੱਬ ਕਿੱਥੇ ਜੇ ਹੁੰਦਾ ਤੇ ਨਿਆਂ ਨਾ ਕਰਦਾ, ਆਹ ਨਾ ਕਰਦਾ। ਹਾਲਾਂਕਿ ਜ਼ਿੰਦਗੀ ਦੀ ਹਰ ਘਟਨਾ, ਹਰ ਚੀਜ਼ ਸਾਨੂੰ ਕੁਝ ਸਿਖਾਉਂਦੀ ਹੈ, ਦਰਸਾਉਂਦੀ ਹੈ, ਸਾਨੂੰ ਕੋਈ ਜੀਵਨ ਦੇ ਨੈਕਸਟ ਲੈਵਲ ਤੇ ਲੈ ਕੇ ਜਾਂਦੀ ਹੈ। ਅਸੀਂ ਆਪਣੇ ਲਿਟਰੇਚਰ 'ਚ ਬੋਲ ਪੜ੍ਹਦੇ ਹਾਂ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦੇਹੂ ਮੈਂ ਸਾਰਾ। ਫਿਰ ਕਿਆ ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਦੇਖੋ ਮੈਂ ਸਿੱਖ ਹਾਂ, ਮੈਂ ਦਸਤਾਰ ਬੰਨ੍ਹਨਾ, ਮੈਂ ਚਿਹਰੇ ਤੇ ਦਾੜਾ ਰੱਖਿਆ ਆ, ਮੈਂ ਸ੍ਰੀ ਸਾਹਿਬ ਪਾਉਂਦਾ ਆ, ਪਰ ਗੱਲਾਂ ਇੰਨਾ ਸਿੱਖ ਨਹੀਂ ਨਾ। ਇਹ ਮੇਰੀ ਆਈਡੈਂਟਿਟੀ ਹੈ। ਪੂਰੇ ਸਿੱਖ ਹੋਣ ਦਾ ਮਾਇਨਾ ਵੀ ਮੈਨੂੰ ਪਤਾ ਹੋਏ। ਪੂਰਾ ਸਿੱਖ ਜਿਹਦੇ 'ਚ ਜੀਵਨ ਦੇ ਗੁਣ ਨੇ, ਗੁਰੂ ਦਾ ਭੈ ਹੈ, ਰੱਬ ਦਾ ਭੈ ਹੈ, ਸਾਰੇ ਲੈਵਲ ਤੇ ਉਹ ਵਿਵੇਕੀ ਹੈ, ਅਵੇਅਰ ਹੈ। ਉਹਨੂੰ ਪਤਾ ਹੈ ਆਲੇ ਦੁਆਲੇ ਕੀ ਹੋ ਰਿਹਾ, ਕੀ ਚੱਲ ਰਿਹਾ, ਮੇਰਾ ਰੋਲ ਇਹਦੇ 'ਚ ਕੀ ਬਣਦਾ ਹੈਗਾ। ਜਦੋਂ ਇਸ ਰੋਲ ਤੋਂ ਅਸੀਂ ਨਹੀਂ ਪਛਾਣਾਂਗੇ, ਉਸ ਤੋਂ ਟੁੱਟ ਜਾਵਾਂਗੇ।
ਭਾਈ ਫਿਰ ਸੱਚੀ ਗੱਲ ਹੈ, ਕੁਦਰਤ ਆਪਣਾ ਰੰਗ ਵਿਖਾਉਂਦੀ ਹੈ। ਮੈਂ ਸਪੋਜ਼ ਕਰੋ ਬਹੁਤ ਵੱਡਾ ਇੱਕ ਸੋਨੇ ਦਾ ਕੋਈ ਸਮਝੋ ਕੋਈ ਸਮਾਨ ਆਪਣੇ ਕੋਲ ਰੱਖਿਆ ਆ, ਤੇ ਉਹ ਰੱਖ ਕੇ ਮੈਂ ਕਿਸੇ ਟਰੰਕ ਵਗੈਰਾ ਦੇ ਵਿੱਚ, ਤੇ ਉਹਨੂੰ ਲੌਕ ਵਗੈਰਾ ਲਗਾਉਣ ਲੱਗਿਆ, ਪ੍ਰਟੈਂਡ ਕਰ ਰਿਹਾ ਮੈਂ ਲੌਕ ਲਗਾ ਦਿੱਤਾ ਬਸ, ਜਾਂ ਵੈਸੇ ਹੀ ਕੋਈ ਨਾ ਲੈ ਇਹਨੂੰ ਕੋਈ ਹੱਥ ਲਾ ਨਹੀਂ ਸਕਦਾ, ਮੈਂ ਤੇ ਪਹਿਰਾ ਲਾਤਾ। ਹੋਏਗਾ ਕਿ ਜਿਹੜਾ ਬੰਦਾ ਵੇਖਦਾ ਵੀ ਇਹਨੂੰ ਖੁਦ ਨੂੰ ਨਹੀਂ ਦਿਸ ਰਿਹਾ, ਲੌਕ ਤੇ ਲਾਇਆ ਹੀ ਨਹੀਂ ਨੇ, ਉਹ ਫਿਰ ਉਹਦਾ ਉਤਲਾ ਢੱਕਣ ਉਤਾਰੇਗਾ, ਵਿੱਚੋਂ ਸਾਰਾ ਲੁੱਟ ਕੇ ਲੈ ਜਾਏਗਾ। ਹੁਣ ਲੁੱਟਣ ਵਾਲੀ ਬਾਤ ਕੀ ਹੈ? ਤੁਹਾਡੀ ਇੱਕ ਵਿਰਾਸਤ ਹੈ ਬੜੀ ਅਮੀਰ, ਜਿਹਦੇ ਨਾਲ ਈਰਖਾ ਵੀ ਹੈ ਲੋਕਾਂ ਨੂੰ, ਤੇ ਜੇ ਵਕਤ ਬਣੇ ਤੇ ਉਹਨੂੰ ਚੋਰੀ ਕਰਕੇ ਆਪਣੇ ਨਾਂ ਤੇ ਵੀ ਲਿਖਣਾ ਚਾਹੁੰਦੇ ਨੇ। ਤੁਸੀਂ ਖੁਦ ਦੇਖੋ ਸਰਦਾਰ ਕਰਤਾਰ ਸਿੰਘ ਸਰਾਭਾ, ਤੁਸੀਂ ਦੇਖੋ ਭਗਤ ਸਿੰਘ, ਜਿਹੜਾ ਅਖੀਰ ਤੱਕ ਅਖੀਰਲੀ ਤਸਵੀਰ ਉਹਦੀ ਇੱਕੋ ਤਸਵੀਰ ਬਲੈਕ ਐਂਡ ਵਾਈਟ, ਜਿਸ 'ਚ ਉਹਨੇ ਕੇਸ ਰੱਖੇ ਨੇ, ਕੜੀਆਂ ਲੱਗੀਆਂ, ਮੰਜੇ ਤੇ ਬੈਠਾ ਹੈ ਤੇ ਕੇਸ ਰੱਖ ਰਿਹਾ, ਵਾਪਸ ਉਹ ਕਿਸੇ ਇਨਫਲੂਐਂਸ ਚਲਾ ਕੇ ਵਾਪਸ ਆ ਗਿਆ। ਉਹ ਸਰਦਾਰ ਅਜਮੇਰ ਸਿੰਘ ਨੇ ਕਿਤਾਬਚਾ ਲਿਖਿਆ ਗਦਰੀ ਬਾਬੇ ਕੌਣ ਹਨ, ਪੂਰਾ ਪੜ੍ਹ ਕੇ ਦੇਖੋ ਤੁਸੀਂ। ਉਹਨੂੰ ਕਿੱਥੇ ਆਪਣੇ ਘਰ 'ਚ ਲੈ ਗਏ, ਕਿਉਂਕਿ ਆਪਣੇ ਘਰ ਵਿਖਾਣ ਨਹੀਂ ਕੁਛ ਨਹੀਂ। ਜੇ ਅੱਜ ਆਪਣੇ ਬਜ਼ੁਰਗਾਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਨੂੰ ਕੋਈ ਦੱਸਣਾ ਆਪਣੇ ਬਜ਼ੁਰਗਾਂ ਬਾਰੇ, ਆਪਣੀ ਹਿਸਟਰੀ ਬਾਰੇ, ਕੀ ਦੱਸਾਂਗੇ? ਇਹ ਦੱਸਾਂਗੇ ਕਿ ਅੰਗਰੇਜ਼ਾਂ ਦੇ ਤਲਵੇ ਚੱਟਦੇ ਰਹੇ, ਇਹ ਦੱਸਾਂਗੇ ਕਿ ਮੁਗਲਾਂ ਦੇ ਘਰ ਅਸੀਂ ਡੋਲੇ ਪਹੁੰਚਾਉਂਦੇ ਸੀਗੇ, ਇਹ ਦੱਸਾਂਗੇ ਕਿ ਜਦੋਂ ਸਾਡੇ ਉਸ ਤਰੀਕੇ ਲੁੱਟਣ ਵਾਸਤੇ ਆਉਂਦੇ ਸੀ ਨਾ। ਦੱਸਣ ਵਾਸਤੇ ਕੁਝ ਹੋਏਗਾ? ਜੇ ਦੱਸਣ ਵਾਸਤੇ ਹੈ ਤਾਂ ਤੁਹਾਡੇ ਕੋਲ ਹੈ, ਈਰਖਾ ਵੀ ਹੈ ਉਹਦੇ ਨਾਲ, ਤੇ ਜੇ ਵਕਤ ਬਣ ਜੇ ਤੁਸੀਂ ਕਮਜ਼ੋਰ ਪੈ ਜਾਓ, ਤੁਹਾਨੂੰ ਆਪਣੇ ਨਾਂ ਤੇ ਵੀ ਲਿਖਣ ਦੀ ਗੱਲ ਪੱਕੀ ਹੈ। ਆ ਐਕਚੁਅਲੀ ਪਰ ਜੇ ਇੰਨਾ ਤੁਸੀਂ ਸਮਝਦੇ ਹੋ ਇਸ ਵਿਰਾਸਤ ਦੇ ਮਾਲਕ ਹਾਂ ਅਸੀਂ, ਫਿਰ ਭਾਈ ਪੂਰੇ ਸਿੱਖ ਬਣੋ, ਪ੍ਰਟੈਂਡ ਨਾ ਕਰੋ। ਇੱਥੇ ਸਾਹਿਬ ਮਹਾਰਾਜ ਨੇ ਬਿਆਨ ਕੀਤਾ, ਤਸਕਰ ਮਾਰ ਵਸੀ ਪੰਚਾਇਤ, ਅਦਲ ਕਰੇ ਵਿਚਾਰੇ। ਅਦਲ ਕਹਿੰਦੇ ਨਿਆਂ, ਅਦਲੀ ਆ। ਰੱਬ ਦਾ ਨਿਆਂ ਬੜੇ ਵਿਚਾਰ ਵਾਲਾ ਹੈ। ਜਦੋਂ ਬੰਦਾ ਉਸ ਸਾਜਨ ਦੇ ਨਾਲ ਸਾਂਝ ਬਣਾ ਲੈਂਦਾ, ਫਿਰ ਉਹਦੇ ਨਿਆਂ ਨੂੰ ਵੀ ਪਸੰਦ ਕਰਦਾ ਹੈ। ਉਹ ਭਾਵੇਂ ਕੋਈ ਰੂਪ ਹੋਏ, ਉਹ ਕਹਿੰਦਾ ਜੋ ਕਰਦਾ ਉਹ ਭਲਾ ਹੀ ਕਰਦਾ ਹੈਗਾ, ਸ਼ੁਕਰ ਹੀ ਕਰਦਾ ਹੈਗਾ। ਸੋ ਇਹ ਹੈ ਉਹਨਾਂ ਆਪਣੇ ਬਜ਼ੁਰਗਾਂ ਨੂੰ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਯਾਦ ਕਰਦਿਆਂ ਹੋਇਆਂ, ਜਿਨ੍ਹਾਂ ਨੂੰ ਸਿੱਖ ਹੋਣ ਦੇ ਨਾਤੇ 35 ਸਾਲ ਪਹਿਲਾਂ ਕਤਲੇਆਮ ਕੀਤਾ ਗਿਆ, ਉਹਨਾਂ ਨੂੰ ਸ਼ਰਧਾ ਦੇ ਪੁਸ਼ਪ ਅਰਪਿਤ ਕਰਦੇ ਹਾਂ। ਸਭ ਦੇ ਭਲੇ ਦੀ ਅਰਦਾਸ ਕਰਦਿਆਂ ਹੋਇਆਂ ਇੱਥੇ ਹੀ ਸਮਾਪਤੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।